ਜਿਹੜਾ ਦਸਵੰਧ ਵਾ ਇਹ ਕਿੱਥੇ ਦੇਣਾ ਚਾਹੀਦਾ? ਬਾਈਬਲ ਇਹਦੇ ਬਾਰੇ ਕੀ ਕਹਿੰਦੀ ਹੈ ਕਿ ਸਾਨੂੰ ਆਪਣਾ ਦਸਵੰਧ ਜਿਹੜਾ ਉਹ ਕਿੱਥੇ ਦੇਣਾ ਚਾਹੀਦਾ? ਕਿਉਂਕਿ ਵਿਸ਼ਵਾਸੀ ਲੋਕ ਜਦੋਂ ਬਾਣੀ ਪੜ੍ਹਦੇ ਆ ਤਾਂ ਪੜ੍ਹਦੇ ਆ ਕਿ ਹਰ ਵਿਸ਼ਵਾਸੀ ਨੂੰ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਉਹ ਦੇਣਾ ਚਾਹੀਦਾ। ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਬੜੇ ਜਿਹੜੇ ਨੇ ਉਹ ਭਰਮ ਪੈਦਾ ਹੁੰਦੇ ਆ ਕਿ ਆਪਣਾ ਅਸੀਂ ਦਸਵੰਧ ਜਿਹੜਾ ਕਿਸ ਤਰ੍ਹਾਂ ਖਰਚ ਕਰੀਏ, ਕਿੱਥੇ ਖਰਚ ਕਰੀਏ, ਕਿੱਥੇ ਦੇਈਏ। ਉਹਦੇ ਬਾਰੇ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਵਿਚਾਰ ਕਰਾਂਗੇ। ਤਾਂ ਮੇਰੇ ਨਾਲ ਤੁਸੀਂ ਪੜ੍ਹੋ ਇਬਰਾਨੀਆਂ ਦੀ ਪੱਤਰੀ ਉਹਦਾ 7ਵਾਂ ਅਧਿਆਏ ਪਹਿਲੀ ਤੇ 2 ਆਇਤ ਤੁਸੀਂ ਬੜੇ ਧਿਆਨ ਨਾਲ ਸੁਣਨੀ ਹੈ। ਅਤੇ ਇਹ ਅਲਕ ਸਿਦਕ ਸਲੇਮ ਦਾ ਰਾਜਾ ਅਤੇ ਆਤਮਹਾਨ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹਨੂੰ ਅਸੀਸ ਦਿੱਤੀ, ਜਿਹਨੂੰ ਅਬਰਾਹਾਮ ਨੇ ਸਭਨਾ ਵਸਤਾਂ ਦਾ ਦਸੰਧ ਵੀ ਦਿੱਤਾ। हाँ लिखा इत्थे अब्राहम ने अपनियां सारियां चीज़ां दा दसवंध दिता। किनू दिता? मलकीसदिक याजक नूं। मलकीसदिक याजक नूं लिखा है कि अब्राहम ने अपनियां सारियां चीज़ां दा दसवंध दिता याजक नूं। कदों अब्राहम ने दसवंध दिता? जदों अब्राहम नूं सर्व शक्तिमान परमेश्वर ने दर्शन दिता। परमेश्वर का दर्शन पा के ਉਹਦੇ ਬਾਅਦ ਬਾਈਬਲ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਹੈ ਕਿ ਅਬਰਾਹਮ ਨੇ ਜਿਹੜਾ ਸੀਗਾ ਉਹ ਯਾਜਕ ਨੂੰ, ਪਰਮੇਸ਼ਰ ਦੇ ਯਾਜਕ ਨੂੰ ਉਹਨੇ ਕੀ ਕੀਤਾ ਸੀਗਾ? ਦਸਵੰਧ ਦਿੱਤਾ ਸੀ। ਦੇਖੋ ਦਸਵੰਧ ਜਿਹੜਾ ਵਾ ਇਹਦਾ ਰਿਵਾਜ ਤੇ ਮੂਸਾ ਦੀ ਸ਼ਰ੍ਹਾ ਤੋਂ ਮਿਲਦਾ ਕਿ ਮੂਸਾ ਨੇ ਇਸਰਾਇਲੀ ਲੋਕਾਂ ਨੂੰ ਹੁਕਮ ਕੀਤਾ ਸੀ। ਮੂਸਾ ਨੇ ਨਹੀਂ, ਪਰਮੇਸ਼ਰ ਨੇ ਮੂਸਾ ਨੂੰ ਹੁਕਮ ਕੀਤਾ ਸੀ ਕਿ ਇਸਰਾਇਲੀਆਂ ਨੂੰ ਕਹਿ ਕੇ ਤੁਸੀਂ ਕੀ ਕਰਨਾ? ਆਪਣੀਆਂ ਸਾਰੀਆਂ ਚੀਜ਼ਾਂ ਦਾ ਦਸਵੰਧ ਜਿਹੜਾ ਹੈ ਉਹ ਮੇਰੇ ਕੰਮ ਲਈ ਦੇਣਾ। ਜੋ ਵੀ ਤੁਸੀਂ ਕੰਮਕਾਰ ਕਰਦੇ ਆ, ਜੋ ਵੀ ਤੁਹਾਡੀ ਫਸਲ ਆਉਂਦੀ ਹੈ, ਹਰ ਚੀਜ਼ ਦਾ ਤੁਸੀਂ ਕੀ ਕਰਨਾ? ਆਪਣਾ 10ਵਾਂ ਹਿੱਸਾ। ਲੇਵੀਆਂ ਦੀ ਪੋਥੀ ਉਹਦੇ 27 ਬਾਬ ਦੀ 30 ਚ ਲਿਖਿਆ ਹੈ ਕਿ ਹਰ ਚੀਜ਼ ਦਾ 10ਵਾਂ ਹਿੱਸਾ ਤੁਸੀਂ ਉਹ ਪਰਮੇਸ਼ਰ ਦੇ ਕੰਮ ਵਾਸਤੇ ਦੇਣਾ। ਔਰ ਇਹ ਤੇ ਮੂਸਾ ਦੀ ਸ਼ਰ੍ਹਾ ਦੇ ਵਿੱਚ ਲਿਖਿਆ ਹੈ, ਲੇਕਿਨ ਅਬਰਾਹਮ ਜਿਹੜਾ ਸੀ ਉਦੋਂ ਤੱਕ ਸ਼ਰ੍ਹਾ ਨਹੀਂ ਸੀ ਆਈ। ਉਸ ਵੇਲੇ ਵੀ ਅਬਰਾਹਮ ਕੀ ਕਰਦਾ ਸੀਗਾ? ਪਰਮੇਸ਼ਰ ਨੂੰ ਦਸਵੰਧ ਦਿੰਦਾ ਸੀ, ਕਿਉਂਕਿ ਉਹਨੇ ਪਰਮੇਸ਼ਰ ਦਾ ਦਰਸ਼ਨ ਕੀਤਾ ਸੀ। ਉਹਨੂੰ ਪਰਮੇਸ਼ਰ ਨੇ ਦਰਸ਼ਨ ਦਿੱਤਾ ਸੀ, ਉਹ ਪਰਮੇਸ਼ਰ ਨੂੰ ਮਿਲਿਆ ਸੀ। ਉਹਨੇ ਪਰਮੇਸ਼ਰ ਨੇ ਕਿਹਾ ਸੀ ਮੈਂ ਤੈਨੂੰ बहुत आशीर्वाद देंगा, तू मेरी हाजिरी दे चल, मेरी बंदगी कर और मेरे कहे के अनुसार काम कर, तो फिर मैं तेनों बहुत सारी बरकत देंगा। ठीक है, मतलब जदों उन्होंने परमेश्वर का दर्शन मिल गया, परमेश्वर का मिलाप हो गया, फिर उन्हें की करना शुरू कर दिता? अपनियां सारियां चीज़ों का जिहड़ा सी ओह दसवंध देना शुरू किया। परमेश्वर नूं पाण दे बाद, परमेश्वर नूं मिलन दे बाद, परमेश्वर नूं जानन दे बाद उन्हें दसवंध दी जिहड़ी सी ओह शर੍ਹਾ नूं पूरा किया। तो परमेश्वर की बाणी कहती है कि उन्हें जिहड़ा दसवंध सी ओह किहनूं दिता? मलकीसदिक याजक नूं। ठीक है, इहदी 5 आयत भी पढ़ो। 7 ਬਾਪ ਉਹਦੀ 5 ਹੈ। ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਹਨਾਂ ਨੂੰ ਉਸ ਪਰਜਾ ਦੇ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਮ ਦੀ ਅੰਸ਼ ਵਿੱਚੋਂ ਹਨ, ਸ਼ਰ੍ਹਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ। ਹਾਂ, ਇੱਥੇ ਲਿਖਿਆ ਹੈ ਕਿ ਲੇਵੀ ਦੀ ਸੰਤਾਨ ਨੂੰ ਜਿਹੜੇ ਕਿ ਪਰਮੇਸ਼ਰ ਦੀ ਯਾਜਕ ਦੀ ਸੇਵਾ ਕਰਦੇ ਆ, ਉਹਨਾਂ ਯਾਜਕਾਂ ਨੂੰ, ਪਰਮੇਸ਼ਰ ਦੀ ਸੇਵਾ ਕਰਨ ਵਾਲੇ ਲੋਕਾਂ ਨੂੰ ਇਹ ਹੁਕਮ ਮਿਲਿਆ ਵਾ ਕਿ ਤੁਸੀਂ ਕੀ ਕਰਨਾ? ਪਰਮੇਸ਼ਰ ਦੇ ਲੋਕਾਂ ਦੇ ਕੋਲੋਂ, ਪਰਮੇਸ਼ਰ ਦੇ ਜਿਹੜੇ ਇਸਰਾਇਲੀ ਲੋਕ ਨੇ ਉਹਨਾਂ ਦੇ ਕੋਲੋਂ ਕੀ ਕਰਨਾ? ਤੁਸੀਂ ਦਸਵੰਧ ਲੈਣਾ। ਉਹਨਾਂ ਦੇ ਕੋਲੋਂ ਦਸਵੰਧ ਲੈਣਾ, ਭਾਵੇਂ ਉਹ ਸਕੇ ਭਰਾ ਹੋਣ,
ਅਬਰਾਹਾਮ ਦੇ ਵੰਸ਼ ਹੋਣ, ਭਰਾਵਾਂ ਕੋਲੋਂ ਵੀ ਕੀ ਕਰਨਾ ਤੁਸੀਂ? ਦਸਵੰਧ ਲੈਣਾ। ਇਹ ਲਿਖਿਆ ਕਿ ਯਾਜਕਾਂ ਨੂੰ ਹੁਕਮ ਮਿਲਿਆ ਹੈ, ਜਿਹੜੇ ਯਾਜਕ ਦੀ ਸੇਵਾ ਕਰਦੇ ਆ ਉਹਨਾਂ ਨੂੰ ਇਹ ਆਰਡਰ ਮਿਲਿਆ। ਦੇਖੋ ਮਲਾਕੀ ਦੀ ਕਿਤਾਬ ਪੜ੍ਹੀਏ 3 ਬਾਬ ਦੀ 10 ਆਇਤ ਉੱਤੇ ਕੁਝ ਤੇ ਪਰਮੇਸ਼ਰ ਦੇ ਲੋਕਾਂ ਨੂੰ ਹੁਕਮ ਮਿਲਿਆ ਨਾ ਕਿ ਤੁਸੀਂ ਕੀ ਕਰੋ, ਆਪਣੀ ਸਾਰੀਆਂ ਚੀਜ਼ਾਂ ਦਾ ਦਸਵੰਧ ਮੇਰੇ ਮੋਦੀਖਾਨੇ 'ਚ ਲੈ ਕੇ ਆਓ, ਮੇਰੇ ਭਵਨ 'ਚ ਲੈ ਕੇ ਆਓ, ਤਾਂ ਕਿ ਮੇਰੇ ਭਵਨ ਦੇ ਵਿੱਚ ਭੋਜਨ ਹੋਵੇ। ਠੀਕ ਹੈ, ਉਹ ਤੇ ਪਰਮੇਸ਼ਰ ਦੀ ਪ੍ਰਜਾ ਨੂੰ ਹੁਕਮ ਹੈ ਨਾ ਦਸਵੰਧ ਦੇਣ ਦਾ। ਯਾਜਕ ਨੂੰ ਹੁਕਮ ਹੈ ਕਿ ਤੁਸੀਂ ਕੀ ਕਰਨਾ ਵਾ? ਪਰਮੇਸ਼ਰ ਦੀ ਪ੍ਰਜਾ ਦੇ ਕੋਲੋਂ ਦਸਵੰਧ ਲੈਣਾ, ਭਾਵੇਂ ਸਕੇ ਭਰਾ ਵੀ ਹੋਣ ਤਾਂ ਵੀ ਉਹਨਾਂ ਕੋਲੋਂ ਵੀ ਕੀ ਕਰਨਾ? ਤੁਸੀਂ ਦਸਵੰਧ ਲੈਣਾ। ਕਲੀਸਿਆ ਨੂੰ ਦਸਵੰਧ ਦੇਣ ਦੇ ਵਾਸਤੇ ਆਰਡਰ ਹੈ ਤੇ ਯਾਜਕ ਨੂੰ ਦਸਵੰਧ ਲੈਣ ਦੇ ਵਾਸਤੇ ਆਰਡਰ ਹੈ। ਯਾਜਕ ਜਿਹੜੇ ਆ ਉਹਨੂੰ ਕਿਉਂ ਦਸਵੰਧ ਲੈਣ ਵਾਸਤੇ ਆਰਡਰ ਮਿਲਿਆ? ਕਿਉਂਕਿ ਯਾਜਕ ਦੀ ਜਿਹੜੀ ਸੇਵਾ ਸੀ ਉਹ ਸੀ ਕਿ ਉਹਨਾਂ ਨੇ ਪਰਮੇਸ਼ਰ ਦੇ ਮੰਦਿਰ ਦੇ ਵਿੱਚ ਪਰਮੇਸ਼ਰ ਦੀ ਜਿਹੜੀ ਪੂਜਾ ਪਾਠ ਦੀ ਸੇਵਾ ਸੀ ਉਹਨੂੰ ਨਿਭਾਉਣਾ ਸੀ। ਜਿਹੜੇ ਲੇਵੀ ਗੋਤਰ ਸੀਗੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਪਰਮੇਸ਼ਰ ਦੇ ਲੋਕਾਂ ਨੇ ਪਰਮੇਸ਼ਰ ਨੇ ਜਿਨ੍ਹਾਂ ਲੋਕਾਂ ਨੂੰ ਯਾਜਕ ਦੀ ਸੇਵਾ ਵਾਸਤੇ ਚੁਣਿਆ ਸੀ, ਇਸਰਾਏਲ ਦੇ 12 ਗੋਤਰ ਸੀਗੇ। 12 ਗੋਤਰਾਂ ਦੇ ਵਿੱਚੋਂ ਇੱਕ ਗੋਤਰ ਜਿਹੜਾ ਸੀ ਪਰਮੇਸ਼ਰ ਨੇ ਆਪਣੀ ਸੇਵਾ ਲਈ ਚੁਣਿਆ। ਉਹਨਾਂ ਦੀ ਡਿਊਟੀ ਲਗਾਈ ਕਿ ਤੁਸੀਂ ਕੀ ਕਰਨਾ? ਤੁਸੀਂ ਹੋਰ ਕੋਈ ਕੰਮਕਾਰ ਨਹੀਂ ਕਰਨਾ। ਤੁਸੀਂ ਕੀ ਕਰਨਾ? ਸਿਰਫ ਔਰ ਸਿਰਫ ਮੰਦਿਰ ਦੇ ਵਿੱਚ ਜਿਹੜੀ ਮੰਦਿਰ ਦੀ ਪੂਜਾ ਪਾਠ ਹੈ, ਮੰਦਿਰ ਦੀਆਂ ਜੋ ਰਵਾਇਤਾਂ ਨੇ ਉਹ ਰਵਾਇਤਾਂ ਤੁਸੀਂ ਨਿਭਾਉਣੀਆਂ ਨੇ। ਉਹਨਾਂ ਪੂਜਾ ਪਾਠ ਨੂੰ ਉਹ ਤੁਸੀਂ ਪੂਰਾ ਕਰਨਾ। ਉੱਥੇ ਜੋ ਵੀ ਚੜਾਵੇ ਚੜ੍ਹਦੇ ਆ, ਜੋ ਵੀ ਬਲੀਆਂ ਚੜ੍ਹਦੀਆਂ ਨੇ, ਜੋ ਵੀ ਪੂਜਾ ਪਾਠ ਹੁੰਦੀ ਹੈ, ਸਾਰੀ ਪੂਜਾ ਪਾਠ ਦਾ ਪ੍ਰਬੰਧ ਕਰਨ ਦੀ ਡਿਊਟੀ ਜਿਹੜੀ ਸੀ ਉਹ ਯਾਜਕ ਦੀ ਲਗਾਈ ਗਈ। ਉਹ ਯਾਜਕ ਨੇ ਜਦੋਂ ਕੰਮ ਕਰਨਾ ਵਾ ਮੰਦਿਰ ਦਾ, ਤੇ ਉੱਥੇ ਜਿਹੜੇ ਉਹਨੂੰ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਉਹ ਚੀਜ਼ਾਂ ਉਹਨੇ ਕਿੱਥੋਂ ਲੈਣੀਆਂ ਨੇ? ਉਹਦੇ ਵਾਸਤੇ ਪਰਮੇਸ਼ਰ ਨੇ ਪ੍ਰਜਾ ਦੀ ਡਿਊਟੀ ਲਗਾਈ ਕਿ ਤੁਸੀਂ ਕੀ ਕਰਨਾ? ਆਪਣੀਆਂ ਸਾਰੀਆਂ ਚੀਜ਼ਾਂ ਦਾ ਦਸਵੰਧ ਜਿਹੜਾ ਉਹ ਕਿਹਨੂੰ ਦੇਣਾ? ਤੁਸੀਂ ਯਾਜਕ ਨੂੰ ਦੇਣਾ। ਸਮਝ ਗਏ ਜੀ? ਯਾਜਕ ਨੇ ਪਰਮੇਸ਼ਰ ਦੇ ਮੰਦਿਰ ਦੀ ਸੇਵਾ ਕਰਨੀ ਹੈ ਔਰ ਪ੍ਰਜਾ ਦੀ ਡਿਊਟੀ ਹੈ ਕਿ ਤੁਸੀਂ ਮੰਦਿਰ ਦੀ ਸੇਵਾ ਦੇ ਵਾਸਤੇ ਤੁਸੀਂ ਆਪਣਾ ਕਮਾਈ ਦਾ 10ਵਾਂ ਹਿੱਸਾ ਜਿਹੜਾ ਮੰਦਿਰ ਦੀ ਸੇਵਾ ਵਾਸਤੇ ਦੇਣਾ ਹੈ। ਠੀਕ ਹੈ, ਜਦੋਂ ਅਸੀਂ ਵਿਵਸਥਾ ਸਾਰ 18 ਚੈਪਟਰ ਪੜ੍ਹੀਏ, ਉਹਦਾ ਪਹਿਲੀ ਐਤ ਤੋਂ ਲੈ ਕੇ ਪੂਰਾ ਚੈਪਟਰ ਆਪਣੇ ਘਰ ਜਾ ਕੇ ਪੜ੍ਹਨਾ ਤੁਸੀਂ। ਉੱਥੇ ਲਿਖਿਆ ਹੈ ਕਿ ਪਰਮੇਸ਼ਰ ਨੇ ਇਸਰਾਇਲ ਦੇ ਲੋਕਾਂ ਦੀ ਡਿਊਟੀ ਲਗਾਈ ਸੀ ਕਿ ਤੁਸੀਂ ਕੀ ਕਰਨੇ ਆ? ਜਿੰਨੇ ਵੀ ਸਾਰੇ ਮੰਦਿਰ ਦੇ ਚੜਾਵੇ ਉਹ ਯਾਜਕ ਨੂੰ ਦੇਣੇ ਆ। ਯਾਜਕ ਉਹਦੇ ਨਾਲ ਕੀ ਕਰੇਗਾ? ਪਰਮੇਸ਼ਰ ਦੀਆਂ ਜਿਹੜੀਆਂ ਪੂਜਾ ਪਾਠ ਦੀਆਂ ਵਿਧੀਆਂ ਨੇ, ਰਵਾਇਤਾਂ ਨੇ, ਉਹਨਾਂ ਰਵਾਇਤਾਂ ਨੂੰ ਉਹ ਪੂਰਾ ਕਰੇਗਾ। ਉਹਦੇ ਵਾਸਤੇ ਇਹ ਡਿਊਟੀ ਸੌਂਪੀ ਗਈ ਯਾਜਕ ਨੂੰ। ਪਰ ਅਸੀਂ ਇੱਥੇ ਪੜ੍ਹਦੇ ਹਾਂ ਕਿ ਇਹ ਤੇ ਮੂਸਾ ਦੀ ਸ਼ਰਅ ਤੇ ਬਾਅਦ ਵਿੱਚ ਮਿਲੀ, ਪਰ ਇਬਰਾਹਿਮ ਨੇ ਕੀ ਕੀਤਾ ਸੀਗਾ? ਪਹਿਲੇ ਹੀ ਪਰਮੇਸ਼ਰ ਦਾ ਜਿਹੜਾ ਯਾਜਕ ਸੀ, ਮਲਕੀਸਦਕ ਯਾਜਕ ਸੀਗਾ, ਉਹਨੂੰ ਪਹਿਲੇ ਉਹਨੇ ਕੀ ਕੀਤਾ ਸੀਗਾ? ਜਦੋਂ ਲੜਾਈ ਨੂੰ ਫਤਿਹ ਕਰਕੇ ਵਾਪਸ ਆਇਆ ਤੇ ਉਹਦੇ ਕੋਲ ਜੋ ਵੀ ਉਹਨੂੰ ਸਮਾਨ ਮਿਲਿਆ ਉਸ ਲੜਾਈ ਦੇ ਵਿੱਚ, ਉਸ ਜੰਗ ਦੇ ਵਿੱਚ, ਤੇ ਉਹਨੇ ਲਿਆ ਕੇ ਤੇ ਉਹਦਾ 10ਵਾਂ ਹਿੱਸਾ ਸੀ ਉਹ ਪਰਮੇਸ਼ਰ ਦੇ ਯਾਜਕ ਨੂੰ ਦਿੱਤਾ। ਪਰਮੇਸ਼ਰ ਦੇ ਭਗਤ ਨੇ, ਪਰਮੇਸ਼ਰ ਦੇ ਸੰਤ ਨੇ ਆਪਣਾ 10ਵਾਂ ਹਿੱਸਾ ਪਰਮੇਸ਼ਰ ਦੇ ਯਾਜਕ ਨੂੰ ਦਿੱਤਾ, ਕਿਉਂਕਿ ਯਾਜਕ ਦਾ ਕੰਮ ਜਿਹੜਾ ਸੀਗਾ ਉਹ ਪਰਮੇਸ਼ਰ ਦੀ ਪੂਜਾ ਪਾਠ ਕਰਨਾ ਸੀ ਔਰ ਉਹਨੇ ਇਹ ਸ਼ਰ੍ਹਾ ਨੂੰ ਅਬਰਾਹਮ ਨੇ ਪੂਰਾ ਕੀਤਾ। ਮੇਰੇ ਨਾਲ ਥੋੜਾ ਪੜੋ ਤੁਸੀਂ ਉਤਪਤ ਦੀ ਪੋਥੀ 14 ਅਧਿਆਏ ਉਹਦੀ 18 ਆਇਤ ਤੋਂ ਪੜੋ। ਅਤੇ ਮਲਕੀਸਿਦਕ ਸਲੇਮ ਦਾ ਰਾਜਾ ਰੋਟੀ ਔਰ ਮਦ ਲੈ ਆਇਆ। ਲਿਖਿਆ ਹੈ ਮਲਕੀਸਦਕ ਜਿਹੜਾ ਸੀ ਸ਼ਲੇਮ ਦਾ ਰਾਜਾ, ਉਹਨੂੰ ਸ਼ਾਂਤੀ, ਸ਼ਲੇਮ ਦਾ ਮਤਲਬ ਸ਼ਾਂਤੀ, ਉਹਨੂੰ ਸ਼ਾਂਤੀ ਦਾ ਰਾਜਾ ਵੀ ਕਿਹਾ ਜਾਂਦਾ ਹੈ। ਮਲਕੀਸਦਕ ਯਾਜਕ ਜਿਹੜਾ ਕਿ ਸ਼ਾਂਤੀ ਦਾ ਰਾਜਾ ਸੀ, ਉਹ ਕੀ ਲੈ ਕੇ ਆਇਆ? ਰੋਟੀ ਤੇ ਮਦ ਲੈ ਕੇ ਆਇਆ। ਦਾਖ ਮਦ ਲਿਆਂਦਾ ਉਹਨੇ, ਦਾਖ ਰਸ ਲਿਆਂਦਾ ਉਹਨੇ। ਅੱਗੇ ਆਤਮ ਮਹਾ ਪਰਮੇਸ਼ਵਰ ਦਾ ਜਾਜਕ ਸੀ, ਜਿਹੜਾ ਕਿ ਆਤਮ ਮਹਾ ਪਰਮੇਸ਼ਰ ਦਾ ਜਾਜਕ ਸੀ। ਮਲਕੀਸਦਕ ਜਿਹੜਾ ਸੀਗਾ ਉਹ ਪਰਮੇਸ਼ਰ ਦਾ ਯਾਜਕ ਸੀ। ਉਹ ਕੀ ਲੈ ਕੇ ਆਇਆ? ਜਦੋਂ ਅਬਰਾਹਮ ਲੜਾਈ ਨੂੰ ਫਤਿਹ ਕਰਕੇ ਵਾਪਸ ਆਇਆ ਤੇ ਉਹਨੂੰ ਯਾਜਕ ਜਿਹੜਾ ਸੀਗਾ ਉਹ ਮਿਲਿਆ, ਤੇ ਕੀ ਲੈ ਕੇ ਮਿਲਿਆ ਉਹਨੂੰ? ਰੋਟੀ ਤੇ ਮਦ ਲੈ ਕੇ ਮਿਲਿਆ ਉਹਨੂੰ।
ठीक है, और ਬਾਣੀ ਚ ਅੱਗੇ ਪੜਾਂਗੇ। ਤਾਂ ਉਸਨੇ ਇਹ ਆਖ ਕੇ ਉਸ ਨੂੰ ਅਸੀਸ ਦਿੱਤੀ ਕਿ ਅਤ ਮਹਾ ਪਰਮੇਸ਼ਵਰ ਆਕਾਸ਼ ਔਰ ਧਰਤੀ ਦੇ ਮਾਲਕ ਦਾ ਅਬਰਾਹਮ ਮੁਬਾਰਕ ਹੋਵੇ। हाँ, लिखा है कि उन्हें याजक ने की ਕੀਤਾ कि ਅਬਰਾਹਮ ਨੂੰ ਆਸ਼ੀਰਵਾਦ ਦਿੱਤਾ। ਨੰਬਰ 1 ਉਹਨੇ ਰੋਟੀ ਲਿਆ ਕੇ ਅਬਰਾਹਮ ਨੂੰ ਦਿੱਤੀ, ਤੇ ਦੂਸਰੀ ਗੱਲ ਉਹਨੇ ਉਹਨੂੰ ਆਸ਼ੀਰਵਾਦ ਦਿੱਤਾ, ਪਰਮੇਸ਼ਰ ਦੇ ਨਾਂ ਨਾਲ ਉਹਨੂੰ ਬਲੈਸ ਕੀਤਾ, ਪਰਮੇਸ਼ਰ ਦੇ ਨਾਂ ਨਾਲ ਉਹਨੂੰ ਆਸ਼ੀਰਵਾਦ ਦਿੱਤਾ, ਮਤਲਬ ਉਹਦੇ ਵਾਸਤੇ ਪ੍ਰਾਰਥਨਾ ਕੀਤੀ। ਦੋ ਕੰਮ ਕੀਤੇ ਅਬਰਾਹਮ ਨੇ, ਮਲਕੀਸੇਦਕ ਯਾਜਕ ਨੇ ਅਬਰਾਹਮ ਨੂੰ, ਇੱਕ ਤੇ ਰੋਟੀ ਦਿੱਤੀ ਤੇ ਦੂਸਰੇ ਨੰਬਰ ਦੇ ਉੱਤੇ ਉਹਦੇ ਵਾਸਤੇ ਪ੍ਰਾਰਥਨਾ ਕੀਤੀ। ਮਤਲਬ ਯਾਜਕ ਦੇ ਜਿੰਮੇ ਡਿਊਟੀ ਹੈ ਕਿ ਉਹਨੇ ਕੀ ਕਰਨਾ, ਪਰਮੇਸ਼ਰ ਦੀ ਪ੍ਰਜਾ ਨੂੰ ਰੋਟੀ ਦੇਣੀ। ਉਹ ਰੋਟੀ ਦਾ ਮਤਲਬ ਕੀ ਹੈਗਾ ਵਾ, ਉਹ ਪਵਿੱਤਰ ਰੋਟੀ ਕੀ ਹੈਗੀ ਹੈ, ਉਹ ਪਵਿੱਤਰ ਰੋਟੀ ਹੈਗੀ ਹੈ ਪਰਮੇਸ਼ਰ ਦਾ ਵਚਨ। ਜਿਸ ਤਰ੍ਹਾਂ ਯਿਰਮੀਆ ਯਿਰਮੀਆ ਨਬੀ 15 ਬਾਪ ਉਹਦੀ 16 ਚ ਯਿਰਮੀਆ ਕਹਿੰਦਾ ਨਾ, ਪਰਮੇਸ਼ਰ ਮੇਰੇ ਕੋਲ ਤੇਰਾ ਵਚਨ ਆਇਆ ਤੇ ਉਹਨੂੰ ਮੈਂ ਖਾ ਲਿਆ। ਇਹ ਵਚਨ ਜਿਹੜਾ ਹੈ ਖਾਣ ਵਾਲੀ ਚੀਜ਼ ਹੈ। ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਪਹਿਲੇ ਉਹ ਜੀਵਨ ਦੀ ਰੋਟੀ ਬਣਿਆ, ਪਰਮੇਸ਼ਰ ਜਿਹੜਾ ਸੀ ਜੀਵਨ ਦੀ ਰੋਟੀ ਬਣਿਆ। ਕੀ ਕੀਤਾ ਉਹਨੇ, ਦੇਹ ਧਾਰਨ ਕੀਤੀ। ਯੂਹੰਨਾ ਕਹਿੰਦਾ ਆਦ ਦੇ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ। ਅੱਗੇ 14 ਦੇ ਚ ਯੂਹੰਨਾ ਲਿਖਦਾ ਕਿ ਉਹ ਸ਼ਬਦ ਦੇਹਧਾਰੀ ਹੋਇਆ। ਸ਼ਬਦ ਜਿਹੜਾ ਸੀ ਵਚਨ ਦੇਹਧਾਰੀ ਹੋਇਆ। ਯਿਸੂ ਮਸੀਹ ਕਹਿ ਰਹੇ ਸੀ ਮੇਰਾ ਜੇ ਤੁਸੀਂ ਮਾਸ ਨਾ ਖਾਓ ਤੇ ਤੁਹਾਨੂੰ ਅਨੰਤ ਜੀਵਨ ਨਹੀਂ ਮਿਲੇਗਾ। ਉਹਨੇ ਕਿਹਾ ਮੇਰਾ ਜਿਹੜਾ ਮਾਸ ਹੈ ਉਹ ਖਾਣ ਵਾਲਾ ਭੋਜਨ ਹੈ। ਖਾਣ ਵਾਲਾ ਭੋਜਨ ਮਤਲਬ ਉਹ ਆਤਮਿਕ ਭੋਜਨ ਹੈ। ਮਤਲਬ ਯਿਸੂ ਮਸੀਹ ਸ਼ਬਦ ਹੈ, ਉਹ ਵਚਨ ਹੈ, ਉਹ ਵਚਨ ਦੇਹਧਾਰੀ ਵਚਨ ਹੈਗਾ। ਦੇਹਧਾਰੀ ਵਚਨ ਜਿਹੜਾ ਹੈ ਉਹ ਜੀਵਨ ਦੀ ਰੋਟੀ ਬਣਿਆ। ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ। ਜਦੋਂ ਯਿਸੂ ਮਸੀਹ ਨੇ 5000 ਲੋਕਾਂ ਨੂੰ ਰਜਾਇਆ ਤੇ ਲੋਕ ਕਹਿਣ ਲੱਗੇ ਪ੍ਰਭੂ ਜੀ ਇਹ ਰੋਟੀ ਸਾਨੂੰ ਬਾਰ-ਬਾਰ ਦਿਆ ਕਰੋ। ਕਹਿਣ ਲੱਗਾ ਤੁਸੀਂ ਨਾਸ਼ਮਾਨ ਭੋਜਨ ਵਾਸਤੇ ਮਿਹਨਤ ਐਡੀ ਰੋਟੀ ਆਪਾਂ ਰੋਜ਼ ਖਾਂਦੇ ਨਾ, ਸਵੇਰ ਦੁਪਹਿਰ ਸ਼ਾਮ ਨੂੰ, ਇਹ ਰੋਟੀ ਨਾਸ਼ਮਾਨ ਰੋਟੀ ਹੈ। ਇਹਨੇ ਸਰੀਰ, ਜਿਸ ਸਰੀਰ ਨੂੰ ਆਪਾਂ ਅੱਛਾ ਖਿਲਾਉਂਦੇ ਆ ਪਿਲਾਉਂਦੇ ਆ, ਇਹ ਸਰੀਰ ਨੇ ਵੀ ਨਾਸ਼ ਹੋ ਜਾਣਾ ਤੇ ਰੋਟੀ ਨੇ ਵੀ ਨਾਸ਼ ਹੋ ਜਾਣਾ। ਜਿਹੜੀ ਪਰਮੇਸ਼ਰ ਦੀ ਵਚਨ ਦੇ ਵਿੱਚ ਰੋਟੀ ਦੀ ਗੱਲ ਹੈਗੀ ਹੈ, ਉਹ ਰੋਟੀ ਪ੍ਰਗਟ ਕਰਦੀ ਹੈ ਪਰਮੇਸ਼ਰ ਦੀ ਬਾਣੀ ਨੂੰ ਜਾਂ ਪਰਮੇਸ਼ਰ ਦੇ ਵਚਨ ਨੂੰ। ਵਿਸ਼ਵਾਸੀ ਦੇ ਵਾਸਤੇ ਜਿਹੜੀ ਪਰਮੇਸ਼ਰ ਦੀ ਬਾਣੀ ਹੈ ਆਤਮਿਕ ਭੋਜਨ ਹੈ। ਜਿਸ ਆਪਾਂ ਸਰੀਰ ਨੂੰ ਤਾਕਤਵਰ ਬਣਾਉਣ ਵਾਸਤੇ ਆਪਾਂ ਰੰਗ ਬਰੰਗੇ ਭੋਜਨ ਖਾਂਦੇ ਆ, ਇਸੇ ਤਰ੍ਹਾਂ ਆਤਮਾ ਨੂੰ ਮਜ਼ਬੂਤ ਕਰਨ ਵਾਸਤੇ, ਆਤਮਾ ਨੂੰ ਬਲਵਾਨ ਕਰਨ ਵਾਸਤੇ ਸਾਨੂੰ ਰੋਟੀ ਦੀ ਲੋੜ ਹੁੰਦੀ ਹੈ। ਉਹ ਕਿਹੜੀ ਰੋਟੀ ਦੀ ਲੋੜ ਹੈ? ਉਹ ਸੰਸਾਰਿਕ ਭੋਜਨ ਸਾਡੀ ਆਤਮਾ ਨੂੰ ਬਲ ਨਹੀਂ ਦੇ ਸਕਦਾ। ਸਾਨੂੰ ਕਿਸ ਚੀਜ਼ ਨੇ ਬਲ ਦੇਣਾ, ਕਿਸ ਚੀਜ਼ ਨੇ ਸਾਨੂੰ ਤਾਕਤ ਦੇਣੀ ਹੈ, ਸਾਡੀ ਆਤਮਾ ਕਿਸ ਚੀਜ਼ ਨਾਲ ਮਜ਼ਬੂਤ ਹੋਣੀ ਹੈ? ਪਰਮੇਸ਼ਰ ਦੀ ਬਾਣੀ ਨਾਲ, ਪਰਮੇਸ਼ਰ ਦੇ ਵਚਨ ਨਾਲ। ਇਸ ਕਰਕੇ ਜਿਹੜੀ ਪਰਮੇਸ਼ਰ ਦੀ ਬਾਣੀ ਹੈ ਇਹ ਕੀ ਹੈ? ਜੀਵਨ ਦੀ ਰੋਟੀ। ਠੀਕ ਹੈ। ਅਬਰਾਹਮ ਨੇ ਦਸਵੰਧ ਕਿਹਨੂੰ ਦਿੱਤਾ? ਜਿਸ ਯਾਜਕ ਨੇ ਉਹਨੂੰ ਰੋਟੀ ਦਿੱਤੀ। ਰੋਟੀ ਦਾ ਮਤਲਬ ਕੀ ਹੈ ਕਿ ਤੁਸੀਂ ਆਪਣਾ ਦਸਵੰਧ ਜਿਹੜਾ ਉਹ ਕਿੱਥੇ ਦੇਣਾ? ਜਿਸ ਚਰਚ ਦੇ ਵਿੱਚ ਜਿਹੜਾ ਯਾਜਕ, ਜਿਹੜਾ ਪਰਮੇਸ਼ਰ ਦਾ ਦਾਸ ਤੁਹਾਨੂੰ ਜੀਵਨ ਦੀ ਰੋਟੀ ਦੇ ਰਿਹਾ। ਇਹਦੇ ਵਾਸਤੇ ਨਾ ਬੜੇ ਲੋਕਾਂ ਦੇ ਅੰਦਰ ਨਾ ਭਰਮ ਹੈ ਗਿਆ, ਬੜੀ ਉਹਨਾਂ ਦੇ ਅੰਦਰ ਸਮੱਸਿਆ ਆਉਂਦੀ। ਉਹ ਕਹਿੰਦੇ ਕਿ ਸ਼ਾਇਦ ਆਪਣਾ ਦਸਵੰਧ ਅਸੀਂ ਗਰੀਬਾਂ ਦੇ ਵਿੱਚ ਵੰਡ ਦੇਣਾ, ਜ਼ਰੂਰਤਮੰਦਾਂ ਨੂੰ ਦੇਣਾ। ਬਾਈਬਲ 'ਚ ਲਿਖਿਆ ਉਹ ਵੀ ਕਰਨਾ ਚਾਹੀਦਾ ਹੈ। ਜ਼ਰੂਰਤਮੰਦਾਂ ਦੀ, ਗਰੀਬਾਂ ਦੀ, ਵਿਧਵਾ ਦੀ, ਯਤੀਮਾਂ ਦੀ ਬਾਣੀ 'ਚ ਲਿਖਿਆ ਸੁੱਧ ਲੈਣੀ, ਉਹਨਾਂ ਦੀ ਮਦਦ ਕਰਨੀ, ਇਹ ਵੀ ਪਰਮੇਸ਼ਰ ਦੇ ਲੋਕਾਂ ਨੂੰ ਕਰਨਾ ਚਾਹੀਦਾ। ਲੇਕਿਨ ਉਹ ਲਿਖਿਆ ਕਿ ਉਹਦੇ ਵਾਸਤੇ ਦਾਨ ਦੇਣਾ ਚਾਹੀਦਾ, ਉਹਦੇ ਵਾਸਤੇ ਦਸਵੰਧ ਵਾਸਤੇ ਨਹੀਂ ਕਿਹਾ। ਗਰੀਬਾਂ ਦੀ ਹੈਲਪ ਕਰਨੀ ਹੈ, ਉਹ ਹੈ ਸਮਾਜਿਕ ਕੰਮ। ਭੁੱਖਿਆਂ ਨੂੰ ਰੋਟੀ ਖਿਲਾਉਣਾ, ਗਰੀਬਾਂ ਨੂੰ ਕੱਪੜੇ ਵੰਡਣਾ, ਇਹ ਇੱਕ ਸਮਾਜਿਕ ਕੰਮ ਹੈਗਾ, ਸਮਾਜ ਸੇਵਾ ਹੈ। ਤੁਹਾਡਾ ਜਿਹੜਾ ਦਸਵੰਧ ਜਿਹੜਾ ਵਾ ਉਹ ਸਮਾਜ ਸੇਵਾ ਵਾਸਤੇ ਨਹੀਂ ਬਣਦਾ। ਤੁਹਾਡਾ ਦਸਵੰਧ ਬਣਦਾ ਹੈ ਕਿ ਤੁਸੀਂ ਆਪਣਾ ਦਸਵੰਧ ਚਰਚ ਦੇ ਕੰਮਾਂ ਵਾਸਤੇ ਦੇਣਾ। ਜਿਹੜਾ ਵਿਸ਼ਵਾਸੀ ਦਾ ਦਸਵੰਧ ਵਾ ਉਹਨੂੰ ਕਿੱਥੇ ਦੇਣਾ ਵਾ? ਤੁਸੀਂ ਯਾਜਕ ਨੂੰ ਦੇਣਾ। ਜਿਸ ਯਾਜਕ ਨੇ ਤੁਹਾਨੂੰ ਜੀਵਨ ਦੀ ਰੋਟੀ ਦੇਣੀ ਹੈ ਉਹਨੂੰ ਤੁਸੀਂ ਆਪਣਾ ਦਸਵੰਧ ਦੇਣਾ। ਅਬਰਾਹਮ ਨੇ ਦਸਵੰਧ ਕਿਹਨੂੰ ਦਿੱਤਾ? ਯਾਜਕ ਨੇ ਉਹਨੂੰ ਰੋਟੀ ਦਿੱਤੀ ਤੇ ਉਹਨੇ ਯਾਜਕ ਨੂੰ ਕੀ ਕੀਤਾ? ਆਪਣੀਆਂ ਸਾਰੀਆਂ ਚੀਜ਼ਾਂ ਦਾ ਦਸਵੰਧ ਦਿੱਤਾ।
ਠੀਕ ਹੈ ਨਾ। ਤਾਂ ਇੱਥੇ ਜਿਹੜੀ ਰੋਟੀ ਹੈ ਇਹ ਸੰਸਾਰਿਕ ਰੋਟੀ ਨੂੰ ਨਹੀਂ ਪ੍ਰਗਟ ਕਰਦੀ। ਸੰਸਾਰਿਕ ਰੋਟੀ ਤੁਸੀਂ ਭੁੱਖਿਆਂ ਨੂੰ ਖਾਣਾ ਖਿਲਾ ਦਿਓ, ਇੱਕ ਸਮਾਜ ਸੇਵਾ ਹੈ। ਭੁੱਖੇ ਨੂੰ ਖਾਣਾ ਖਿਲਾਣਾ ਇੱਕ ਸਮਾਜ ਸੇਵਾ ਹੈ, ਪੁੰਨ ਦਾ ਕੰਮ ਹੈਗਾ, ਅੱਛਾ ਕੰਮ ਹੈਗਾ। ਤਾਂ ਤੁਸੀਂ ਉਹਨੂੰ ਖਾਣਾ ਖਿਲਾ ਦਿਓ, ਬਾਅਦ ਜਦੋਂ ਬੰਦਾ ਮਰ ਜਾਏਗਾ ਤੇ ਉਹਦੀ ਰੂਹ ਕਿੱਥੇ ਜਾਏਗੀ? ਸਿੱਧੀ ਨਰਕਾਂ 'ਚ। ਪਰ ਜੇ ਤੁਸੀਂ ਉਹਨੂੰ ਆਤਮਿਕ ਭੋਜਨ ਦੇ ਦਿਓ, ਜੇ ਤੁਸੀਂ ਉਹਨੂੰ ਪਰਮੇਸ਼ਰ ਦੀ ਬਾਣੀ ਦੇ ਦਿਓ ਤੇ ਉਹਦੀ ਰੂਹ ਬਚੇਗੀ ਤੇ ਉਹ ਰੂਹ ਸਵਰਗ ਵਾਸਤੇ ਤਿਆਰ ਹੋ ਜਾਏਗੀ ਤੇ ਉਹ ਰੂਹ ਜਿਹੜੀ ਹੈ ਸਵਰਗ ਦੇ ਅੰਦਰ ਐਂਟਰ ਕਰੇਗੀ। ਇਹ ਦੋਨਾਂ ਰੋਟੀਆਂ 'ਚ ਫਰਕ ਹੈਗਾ। ਜਿਹੜੀ ਸੰਸਾਰਿਕ ਰੋਟੀ ਵੰਡਣੀ ਤੇ ਆਤਮਿਕ ਰੋਟੀ ਵੰਡਣੀ ਹੈ ਨਾ, ਦੋਨਾਂ 'ਚ ਫਰਕ ਹੈ। ਕਈ ਪਾਸਟਰਾਂ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ। ਉਹ ਵੀ ਕੀ ਕਰਦੇ ਆ, ਲੋਕਾਂ ਦੇ ਉਹ ਕੀ ਕਰਦੇ ਆ, ਸੰਗਤ ਕੋਲੋਂ ਦਸਵੰਧ ਲੈਂਦੇ ਆ, ਉਹ ਦਸਵੰਧ ਲੈ ਕੇ ਤੇ ਉਹਨੂੰ ਸਮਾਜ ਸੇਵਾ ਦੇ 'ਚ ਵੰਡ ਦਿੰਦੇ ਆ, ਲੰਗਰ ਲਾ ਕੇ ਵੰਡ ਦਿੰਦੇ ਆ। ਉਹ ਲੰਗਰ ਤੁਸੀਂ 2-4 ਦਿਨ ਲਾ ਲੋਗੇ, 10 ਦਿਨ ਲਾ ਲੋਗੇ, 50 ਦਿਨ ਲਾ ਲੋਗੇ, ਲੰਗਰ ਤੁਸੀਂ ਵੰਡ ਦੋਗੇ, ਸੰਗਤ ਦੇ ਲੋਕਾਂ ਨੂੰ ਖਾਣਾ ਮਿਲ ਗਿਆ, ਉਹਨਾਂ ਦਾ ਪੇਟ ਭਰ ਗਿਆ, ਲੇਕਿਨ ਉਹਦੀ ਆਤਮਾ ਤੇ ਨਾ ਬਚੀ। ਆਤਮਾ ਕਦ ਨਾ ਬਚਣੀ ਹੈ? ਉਹ ਆਤਮਾ ਬਚਣੀ ਹੈ ਪਰਮੇਸ਼ਰ ਦੀ ਬਾਣੀ ਨਾਲ। ਇਹ ਜੀਵਨ ਦੀ ਰੋਟੀਆਂ ਨੂੰ ਮਿਲੇਗੀ, ਜਿਹੜੀ ਯਸ਼ਾਇਆ ਨਬੀ ਦੀ ਕਿਤਾਬ ਵਿੱਚ ਲਿਖਿਆ ਨਾ ਕਿ ਅਸਲੀ ਵਰਤ ਇਹ ਹੈ ਕਿ ਭੁੱਖਿਆਂ ਨੂੰ ਆਪਣੀ ਰੋਟੀ ਖਿਲਾਓ। ਠੀਕ ਹੈ, ਉਹਦਾ ਅਰਥ ਕੀ ਹੈਗਾ ਕਿ ਜਿਹੜੇ ਆਤਮਿਕ ਭੁੱਖੇ ਆ, ਜੇ ਆਤਮਾ ਦੇ ਭੁੱਖੇ ਆ, ਉਹਨਾਂ ਦਾ ਪਰਮੇਸ਼ਰ ਦੀ ਬਾਣੀ ਪਹੁੰਚਾਓ। ਤੁਹਾਡਾ ਦਸਵੰਧ ਜਿਹੜਾ ਹੈ ਬਾਣੀ ਫੈਲਾਉਣ ਦੇ ਕੰਮ ਆਉਣਾ ਚਾਹੀਦਾ ਹੈ, ਫਿਰ ਉਹ ਤੁਹਾਡਾ ਦਸਵੰਧ ਜਿਹੜਾ ਸਹੀ ਜਗ੍ਹਾ ਤੇ ਪਹੁੰਚਦਾ ਹੈ। ਕਿਉਂਕਿ ਜਿਹੜੇ ਪਾਸਟਰ ਦੇ ਜਿਹਨਾਂ ਨੂੰ ਪਰਮੇਸ਼ਰ ਦੀ ਬਾਣੀ ਦਾ ਗਿਆਨ ਨਹੀਂ ਹੈਗਾ, ਉਹ ਪਾਸਟਰ ਵੀ ਤਾਂ ਕਰਨ ਦੇ ਨੇ, ਉਹ ਕਲੀਸਿਆ ਕੋਲੋਂ ਚੰਦਾ ਇਕੱਠਾ ਕਰਦੇ ਆ, ਦਾਨ ਇਕੱਠਾ ਕਰਦੇ ਆ, ਦਸਵੰਧ ਇਕੱਠਾ ਕਰਦੇ ਆ, ਉਹ ਦਸਵੰਧ ਦੇ ਲੰਗਰ ਲਗਾ ਦਿੰਦੇ ਆ, ਉਹ ਦਸਵੰਧ ਦੇ ਨਾਲ ਕੀ ਕਰ ਦਿੰਦੇ ਆ ਕਿ ਸਮਾਜ ਸੇਵਾ ਕਰ ਦਿੰਦੇ ਆ, ਭੁੱਖੇ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਭੇਜ ਦਿੰਦੇ ਆ। ਠੀਕ ਹੈ, ਸਮਾਜ ਸੇਵਾ ਦੇ ਕੰਮ ਜਿਹੜੇ ਕਰਨੇ ਅੱਛੀ ਗੱਲ ਹੈਗੀ ਹੈ, ਬਾਈਬਲ 'ਚ ਲਿਖਿਆ ਕਰਨੇ ਚਾਹੀਦੇ ਆ, ਇਹ ਮਾੜਾ ਕੰਮ ਨਹੀਂ ਹੈਗਾ। ਲੇਕਿਨ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ? ਉਹ ਲਿਖਿਆ ਦਾਨ ਨਾ ਕਰਨਾ ਚਾਹੀਦਾ। ਉਹਦੇ ਵਾਸਤੇ ਤੁਸੀਂ ਕਰਨਾ ਅਲੱਗ ਤੋਂ ਦਾਨ ਦਿਓ, ਤੁਸੀਂ ਗਰੀਬਾਂ ਦੀ ਮਦਦ ਕਰਨ ਵਾਸਤੇ, ਭੁੱਖਿਆਂ ਨੂੰ ਰੋਟੀ ਖਿਲਾਉਣ ਵਾਸਤੇ, ਗਰੀਬਾਂ ਨੂੰ ਕੱਪੜਾ ਵੰਡਣ ਵਾਸਤੇ। ਉਹ ਤੁਸੀਂ ਕੀ ਕਰਨਾ? ਸਮਾਜ ਸੇਵਾ ਦਾਨ ਨਾਲ ਕਰਨੀ ਹੈ। ਦਸਵੰਧ ਨਾਲ ਕੀ ਕਰਨਾ? ਦਸਵੰਧ ਨਾਲ ਕੀ ਕਰਨਾ ਵਾ? ਤੁਸੀਂ ਪਰਮੇਸ਼ਰ ਦੇ ਜਿਹੜੇ ਬਾਣੀ ਦੇ ਕੰਮ ਹੈ, ਚਰਚ ਦੇ ਕੰਮ ਹੈ, ਤੁਸੀਂ ਉਹਨਾਂ ਨੂੰ ਅੱਗੇ ਵਧਾਉਣਾ। ਠੀਕ ਹੈ, ਯਾਜਕ ਚਰਚ ਦੀ ਸੇਵਾ ਤਾਂ ਹੀ ਕਰੇਗਾ ਨਾ ਜੇ ਉਹਦੇ ਕੋਲ ਚੀਜ਼ਾਂ ਹੋਣਗੀਆਂ। ਤੇ ਉਹਨੂੰ ਲਿਖਿਆ, ਯਾਜਕ ਨੂੰ ਲਿਖਿਆ ਤੂੰ ਬਲੀਆਂ ਚੜਾਉਣੀਆਂ ਨੇ, ਤੂੰ ਉੱਥੇ ਚੜਾਵੇ ਚੜਾਉਣੇ ਨੇ। ਉਹ ਚੜਾਵੇ ਬਲੀਆਂ ਕਿੱਦਾਂ ਚੜਾਏਗਾ? ਜੇ ਯਾਜਕ ਦੇ ਕੋਲ ਕੋਈ ਸਮਾਨ ਹੋਏਗਾ ਤੇ ਫੇਰ ਹੀ ਹੈ ਨਾ। ਤਾਂ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ? ਬਲੀਆਂ ਹੁੰਦੀਆਂ ਸੀ। ਲੇਕਿਨ ਅੱਜ ਦੇ ਜ਼ਮਾਨੇ 'ਚ ਕੀ ਹੈਗਾ? ਅੱਜ ਦੇ ਜ਼ਮਾਨੇ 'ਚ ਜਿਹੜੇ ਨਵੇਂ ਨਿਯਮ ਦੇ ਯਾਜਕ ਨੇ, ਉਹਨਾਂ ਦੀ ਡਿਊਟੀ ਪਰਮੇਸ਼ਰ ਨੇ ਕੀ ਲਗਾਈ ਹੈ? ਉਹ ਪੁਰਾਣੇ ਨਿਯਮ ਦੀ ਜਿਹੜੀ ਮੰਦਰ ਦੀ ਸੇਵਾ ਸੀ ਉਹ ਨਹੀਂ ਸੀ ਲਗਾਈ। ਹੁਣ ਦੀ ਜਿਹੜੀ ਯਾਜਕਾਂ ਦੀ ਡਿਊਟੀ ਹੈ ਉਹ ਪਰਮੇਸ਼ਰ ਨੇ ਲਗਾਈ ਹੈ ਕਿ ਤੁਸੀਂ ਕੀ ਕਰਨੀ ਹੈ? ਮੇਰੀ ਪ੍ਰਜਾ ਨੂੰ ਤੁਸੀਂ ਆਤਮਿਕ ਭੋਜਨ ਕਰਵਾਉਣਾ। ਤੁਸੀਂ ਜਦੋਂ ਹਰ ਐਤਵਾਰ ਚਰਚ ਆਉਂਦੇ ਆ ਤੇ ਇੱਥੇ ਤੁਹਾਨੂੰ ਕੀ ਮਿਲਦਾ ਵਾ? ਆਤਮਿਕ ਭੋਜਨ। ਠੀਕ ਹੈ, ਪਰਮੇਸ਼ਰ ਦੇ ਜਿਹੜੇ ਮੁਕਰਰ ਕੀਤੇ ਦਾਸ ਹੁੰਦੇ ਨੇ, ਪਰਮੇਸ਼ਰ ਦੇ ਮੁਕਰਰ ਕੀਤੇ ਸੇਵਕ ਨੇ, ਜਿਹੜੇ ਤੁਹਾਨੂੰ ਬਾਣੀ ਸਿਖਾਉਂਦੇ ਨੇ, ਉਹ ਕੀ ਕਰਦੇ ਆ? ਤੁਹਾਨੂੰ ਜੀਵਨ ਦੀ ਰੋਟੀ ਜਿਹੜੀ ਹੈ, ਜਿਹੜੀ ਆਤਮਿਕ ਰੋਟੀ ਹੈ, ਇਹ ਆਤਮਿਕ ਲੰਗਰ ਹੈਗਾ। 1 ਘੰਟੇ ਜਾਂ 2 ਘੰਟੇ ਜਿਹੜਾ ਤੁਸੀਂ ਚਰਚ ਦੇ ਵਿੱਚ ਬਹਿ ਕੇ ਬਾਣੀ ਸੁਣਦੇ ਆ, ਇਹ ਆਤਮਿਕ ਲੰਗਰ ਹੈਗਾ। ਪਰਮੇਸ਼ਰ ਦੇ ਸੇਵਕਾਂ ਦੀ ਇਹ ਡਿਊਟੀ ਲੱਗੀ ਹੈ ਕਿ ਤੁਸੀਂ ਮੇਰੀ ਪ੍ਰਜਾ ਨੂੰ ਆਤਮਿਕ ਗਿਆਨ ਦੇ ਅੱਗੇ ਵਧਾਉਣਾ ਹੈ। ਉਹਨਾਂ ਨੂੰ ਤੁਸੀਂ ਮੇਰੀ ਬਾਣੀ ਸਿਖਾ ਕੇ ਉਹਨਾਂ ਨੂੰ ਮੇਰੇ ਸਵਰਗੀ ਰਾਜ ਦੇ ਵਾਸਤੇ ਸਿੱਧ ਔਰ ਸੰਪੂਰਨ ਕਰਨਾ। ਕਿਉਂਕਿ ਬਪਤਿਸਮਾ ਲੈਣ ਦੇ ਬਾਅਦ ਜੇ ਵਿਸ਼ਵਾਸੀ ਨੂੰ ਪੂਰੀ ਕੰਪਲੀਟ ਬਾਣੀ ਨਹੀਂ ਮਿਲੇਗੀ, ਪਰਮੇਸ਼ਰ ਦੀ ਬਾਣੀ ਦਾ ਪੂਰਾ ਗਿਆਨ ਨਹੀਂ ਮਿਲੇਗਾ, ਉਹਦੀ ਆਤਮਾ ਕਮਜ਼ੋਰ ਪੈ ਜਾਏਗੀ, ਉਹਦੀ ਰੂਹ ਕਮਜ਼ੋਰ ਹੋ ਜਾਏਗੀ ਤੇ ਸ਼ੈਤਾਨ ਉੱਤੇ ਜੋ ਹਮਲੇ ਕਰੇਗਾ ਵਿਸ਼ਵਾਸੀ ਆਰਾਮ ਨਾਲ ਗਿਰ ਜਾਏਗਾ। ਜੇ ਵਿਸ਼ਵਾਸੀ ਨੂੰ ਸਟਰੋਂਗ ਬਣਾਉਣਾ ਹੈ, ਮਜ਼ਬੂਤ ਬਣਾਉਣਾ ਹੈ, ਤੇ ਉਹ ਯਾਜਕ ਦੀ ਡਿਊਟੀ ਹੈ, ਪਰਮੇਸ਼ਰ ਦੇ ਦਾਸ ਦੀ, ਪਰਮੇਸ਼ਰ ਦੇ ਸੇਵਕ ਦੀ ਡਿਊਟੀ ਹੈ ਕਿ ਉਹਨਾਂ ਨੂੰ ਪਰਮੇਸ਼ਰ ਦੇ ਵਧੀਆ ਸੰਦੇਸ਼ ਲਿਆ ਕੇ ਪਰਮੇਸ਼ਰ ਦੀ ਬਾਣੀ ਦੇ ਗਹਿਰੇ ਜਿਹੜੇ ਭੇਤ ਨੇ ਉਹਨਾਂ ਨੂੰ ਸਿਖਾਣੇ, ਤਾਂ ਕਿ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਮਜ਼ਬੂਤ ਹੋ ਜਾਣ। ਤੇ ਵਚਨ ਦੇ ਨਾਲ ਮਜ਼ਬੂਤ ਹੋਣ ਦੇ ਬਾਅਦ ਉਹਨਾਂ ਦੀ ਆਤਮਾ ਜਿਹੜੀ ਇੰਨੀ ਸਟਰੋਂਗ ਹੋ ਜਾਏ ਕਿ ਸ਼ੈਤਾਨ ਜਿੰਨੇ ਮਰਜ਼ੀ ਹਮਲੇ ਕਰੇ ਉਹ ਵਿਸ਼ਵਾਸੀ ਗਿਰ ਨਾ ਸਕੇ। ਜਿਹੜਾ ਵਿਸ਼ਵਾਸੀ ਲਗਾਤਾਰ ਪਰਮੇਸ਼ਰ ਦੀ ਬਾਣੀ ਦਾ ਭੋਜਨ ਖਾਂਦਾ ਹੈ, ਆਤਮਿਕ ਭੋਜਨ ਖਾਂਦਾ ਹੈ, ਉਹਦੀ ਰੂਹ ਜਿਹੜੀ ਹੈ ਸਟਰੋਂਗ ਹੋ ਜਾਂਦੀ ਹੈ, ਉਹਦੀ ਰੂਹ ਮਜ਼ਬੂਤ ਹੋ ਜਾਂਦੀ ਹੈ। ਫਿਰ ਸ਼ੈਤਾਨ ਉਹਨੂੰ ਗਿਰਾ ਨਹੀਂ ਸਕਦਾ, ਉਹ ਸ਼ੈਤਾਨ ਦਾ ਮੁਕਾਬਲਾ ਕਰ ਸਕਦਾ ਹੈ। ਠੀਕ ਹੈ, ਕਿਉਂਕਿ ਅਸੀਂ ਜਿੰਨੀ ਦੇਰ ਧਰਤੀ ਤੇ ਰਹਿਣ ਅੰਦਰ ਕੀ ਕਰਨਾ? ਆਪਾਂ ਸ਼ੈਤਾਨ ਦਾ ਸ਼ੈਤਾਨ ਨਾਲ ਸਾਡੀ ਜੰਗ ਹੈ। ਉਸ ਜੰਗ ਦੇ ਵਿੱਚ ਆਪਾਂ ਸ਼ੈਤਾਨ ਦੇ ਉੱਤੇ ਫਤਿਹ ਤਾਂ ਹੀ ਪਾ ਸਕਦੇ ਹਾਂ ਜੇ ਸਾਡੀ ਆਤਮਾ ਅੰਦਰ ਤੋਂ ਕੀ ਹੈਗੀ ਹੈ? ਮਜ਼ਬੂਤ, ਸਟਰੋਂਗ ਹੈਗੀ ਹੈ।
ਆਤਮਾ ਨੂੰ ਸਟਰੋਂਗ ਵਾਸਤੇ ਇਹ ਹੈ ਜੀਵਨ ਦੀ ਰੋਟੀ। ਤਾਂ ਪਰਮੇਸ਼ਰ ਦੇ ਜਿਹੜੇ ਨਵੇਂ ਨਿਯਮ ਦੇ ਜਿਹੜੇ ਸੇਵਕ ਨੇ, ਯਾਜਕ ਨੇ, ਇਹਨਾਂ ਦੀ ਡਿਊਟੀ ਕੀ ਲੱਗੀ ਹੈ? ਪਹਿਲੇ ਵਾਂਗ ਜਿੱਦਾਂ ਮੰਦਿਰ ਦੇ ਵਿੱਚ ਚੜਾਵੇ ਬਲੀਆਂ ਹੁੰਦੇ ਸੀ ਉਹ ਕਰਨ ਦੀ ਡਿਊਟੀ ਨਹੀਂ ਗਈ। ਹੁਣ ਪਰਮੇਸ਼ਰ ਨੇ ਸਿਸਟਮ ਬਦਲ ਦਿੱਤਾ, ਪਰਮੇਸ਼ਰ ਨੇ ਵਿਵਸਥਾ ਬਦਲ ਦਿੱਤੀ, ਪਰਮੇਸ਼ਰ ਨੇ ਨਵੇਂ ਨਿਯਮ ਦੇ ਦਿੱਤੇ। ਨਵੇਂ ਨਿਯਮ ਦਾ ਮਤਲਬ ਉਹਨੇ ਪਰਮੇਸ਼ਰ ਨੇ ਨਵੇਂ ਕਾਨੂੰਨ ਦੇ ਦਿੱਤੇ। ਉਹ ਨਵੇਂ ਨਿਯਮ ਦੇ ਮੁਤਾਬਕ ਯਾਜਕਾਂ ਨੇ, ਸੇਵਕਾਂ ਨੇ ਬੰਦਗੀ ਕਰਨੀ ਹੈ। ਔਰ ਉਹਦੇ 'ਚ ਕੀ ਦੇਤਾ ਸਿਸਟਮ ਪਰਮੇਸ਼ਰ ਨੇ ਕਿ ਜਿਹੜੇ ਬਪਤਿਸਮਾ ਲੈਂਦੇ ਆ ਲੋਕ, ਜਿਹੜੇ ਲੋਕ ਮੁਕਤੀ ਪਾ ਲੈਂਦੇ ਆ, ਉਹਨਾਂ ਲੋਕਾਂ ਨੂੰ ਪਰਮੇਸ਼ਰ ਦੀ ਬਾਣੀ ਦਾ ਆਤਮਿਕ ਭੋਜਨ ਦੇ ਕੇ ਉਹਨਾਂ ਦੀ ਰੂਹ ਨੂੰ ਮਜ਼ਬੂਤ ਕਰਨਾ, ਉਹਨਾਂ ਦੀ ਆਤਮਾ ਨੂੰ ਸਟਰੋਂਗ ਕਰਨਾ, ਇਹ ਯਾਜਕ ਦੀ ਡਿਊਟੀ ਹੈ। ਅਬਰਾਹਾਮ ਨੇ ਜਿਹੜਾ ਸੀ ਆਪਣਾ ਦਸਵੰਧ ਕਿਹੜੇ ਯਾਜਕ ਨੂੰ ਦਿੱਤਾ? ਮਲਕੀਸਿਦਕ। ਜਿਹੜੇ ਯਾਜਕ ਨੇ ਉਹਨੂੰ ਲਿਆ ਕੇ ਰੋਟੀ ਦਿੱਤੀ। ਇਸ ਚੀਜ਼ ਨੂੰ ਸਮਝਣਾ ਤੁਸੀਂ। ਆਪਣਾ ਦਸਵੰਧ ਹਰ ਜਗ੍ਹਾ ਨਹੀਂ ਦੇਣਾ ਜਿੱਥੇ ਮਰਜ਼ੀ ਦੇ ਦਿੱਤਾ। ਦਸਵੰਧ ਕਿੱਥੇ ਦੇਣਾ ਵਾ? ਜਿਹੜੇ ਚਰਚ ਦੇ ਤੁਸੀਂ ਜਾਂਦੇ ਆ ਔਰ ਜਿਹੜੇ ਚਰਚ ਦੇ ਵਿੱਚ ਤੁਸੀਂ ਯਾਜਕ ਦੇ ਕੋਲੋਂ ਬਾਣੀ ਸੁਣ ਰਹੇ ਆ, ਜਿਹੜਾ ਯਾਜਕ ਤੁਹਾਨੂੰ ਜੀਵਨ ਦੀ ਰੋਟੀ ਦੇ ਰਿਹਾ, ਆਤਮਿਕ ਰੋਟੀ ਦੇ ਰਿਹਾ, ਉਸ ਯਾਜਕ ਨੂੰ ਦਸਵੰਧ ਦੇਣਾ ਬਣਦਾ ਹੈ। ਆਪਣੀ ਮਰਜ਼ੀ ਨਾਲ ਤੁਸੀਂ ਜਿੱਥੇ ਮਰਜ਼ੀ ਦੇ ਦਿਓ। ਜੇ ਤੁਸੀਂ ਆਪਣੀ ਮਰਜ਼ੀ ਨਾਲ ਸਮਾਜ ਸੇਵਾ ਕਰਨੀ, ਸਮਾਜ ਸੇਵਾ ਕਰ ਦਿਓ। ਭੁੱਖਿਆਂ ਨੂੰ ਲੰਗਰ ਲਗਾਉਣਾ, ਭੁੱਖਿਆਂ ਨੂੰ ਲੰਗਰ ਲਗਾ ਦਿਓ। ਗਰੀਬਾਂ ਯਤੀਮਾਂ ਨੂੰ ਵੰਡਣਾ, ਦਸਵੰਧ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵੰਡ ਦਿਓ। ਲੇਕਿਨ ਪਰਮੇਸ਼ਰ ਦੀ ਬਾਣੀ ਦਾ ਜਿਹੜਾ ਸਹੀ ਤਰੀਕਾ ਹੈ ਉਹ ਕੀ ਹੈਗਾ ਕਿ ਆਪਣਾ ਦਸਵੰਧ ਜਿਹੜਾ ਤੁਸੀਂ ਕਿਹਨੂੰ ਦੇਣਾ? ਜਿਸ ਤਰ੍ਹਾਂ ਆਪਾਂ ਇਬਰਾਨੀਆਂ 7 ਬਾਬ ਦੀ 5 'ਚ ਲਿਖਿਆ ਕਿ ਯਾਜਕ ਨੂੰ ਇਹ ਹੁਕਮ ਹੋਇਆ ਵਾ। ਹਾਲਾਂਕਿ ਜਿਹੜੇ ਪਾਸਟਰ ਲੋਕ ਨੇ ਇਸ ਹੁਕਮ ਦੀ ਪੂਰੀ ਜਿਹੜੀ ਹੈ ਉਹ ਪਾਲਣਾ ਨਹੀਂ ਕਰ ਰਹੇ, ਕਿਉਂਕਿ ਪਾਸਟਰ ਡਰ ਜਾਂਦੇ ਆ। ਜਦੋਂ ਆਪਾਂ ਕਲੀਸਿਆ ਨੂੰ ਦਸਵੰਧ ਦੇ ਬਾਰੇ ਦੱਸਾਂਗੇ, ਦਸਵੰਧ ਦਾ ਵਿਸ਼ਾ ਇਦਾਂ ਦਾ ਗਾ, ਕਲੀਸਿਆ ਜਿਹੜੀ ਆ ਉਹ ਕਈ ਵਾਰੀ ਕੀ ਕਰ ਦਿੰਦੀ ਹੈ, ਉਲਟਾ ਸਮਝ ਜਾਂਦੀ ਕਿ ਪਾਸਟਰ ਸ਼ਾਇਦ ਲਾਲਚ ਕਰ ਰਹੇ ਆ। ਪਾਸਟਰ ਬਾਰ-ਬਾਰ ਦਸਵੰਧ ਵਾਸਤੇ ਕਹਿੰਦੇ, ਇਹਦਾ ਮਤਲਬ ਪਾਸਟਰ ਕੀ ਕਰ ਰਹੇ ਆ ਤੇ ਸਾਨੂੰ ਵੱਧ ਤੋਂ ਵੱਧ ਦਸਵੰਧ ਮਿਲੇ। ਇਸ ਕਰਕੇ ਡਰਦੇ ਮਾਰੇ ਪਾਸਟਰ ਜਿਹੜੇ ਨੇ ਦਸਵੰਧ ਦੇ ਬਾਰੇ ਕਲੀਸਿਆ ਨੂੰ ਬਾਣੀ ਚੋਂ ਦੱਸਦੇ ਹੀ ਨਹੀਂ ਹੈ, ਦੱਸਣ ਤੋਂ ਡਰਦੇ ਆ ਪਾਸਟਰ। ਸਮਝੇ ਗੱਲ ਨੂੰ? ਕਿਉਂਕਿ ਵਿਸ਼ਾ ਬਹੁਤ ਗਹਿਰਾ ਹੈ। ਪਰਮੇਸ਼ਰ ਦੀ ਬਾਣੀ 'ਚ ਲਿਖਿਆ ਹੈ ਕਿ ਲੇਵੀ ਦੀ ਸੰਤਾਨ ਦੇ ਵਿੱਚੋਂ ਜਿਹੜੇ ਲੋਕ ਯਾਜਕ ਦੀ ਸੇਵਾ ਕਰਦੇ ਆ, ਉਹਨਾਂ ਨੂੰ ਇਹ ਹੁਕਮ ਮਿਲਿਆ ਕਿ ਤੁਸੀਂ ਕੀ ਕਰਨਾ ਹੈ? ਆਪਣੇ ਭਰਾਵਾਂ ਕੋਲੋਂ ਵੀ ਕੀ ਕਰਨਾ? ਤੁਸੀਂ ਦਸਵੰਧ ਲੈਣਾ। ਜਦੋਂ ਹੁਕਮ ਮਿਲ ਗਿਆ, ਲਿਖਿਆ ਹੁਕਮ ਮਿਲਿਆ, ਠੀਕ ਹੈ, ਤੇ ਜੇ ਤੇ ਯਾਜਕ ਕਲੀਸਿਆ ਕੋਲੋਂ ਦਸਵੰਧ ਲੈਣਗੇ ਤੇ ਫਿਰ ਤੇ ਉਹਨਾਂ ਰੱਬ ਦਾ ਹੁਕਮ ਪੂਰਾ ਕਰਨਗੇ, ਮੰਨ ਲਿਆ। ਜੇ ਯਾਜਕ ਕਲੀਸਿਆ ਕੋਲੋਂ ਦਸਵੰਧ ਨਹੀਂ ਲੈਣਗੇ, ਸੇਵਕ ਲੋਕ ਕਲੀਸਿਆ ਕੋਲੋਂ, ਪਾਸਟਰ ਲੋਕ ਦਸਵੰਧ ਨਹੀਂ ਲੈਣਗੇ, ਇਹਦਾ ਮਤਲਬ ਕੀ ਹੈਗਾ? ਉਹਨਾਂ ਨੇ ਪਰਮੇਸ਼ਰ ਦਾ ਹੁਕਮ ਨਹੀਂ ਮੰਨਿਆ। ਕਲੀਸਿਆ ਨੂੰ ਆਰਡਰ ਮਿਲਿਆ ਕਿ ਤੁਸੀਂ ਦਸਵੰਧ ਦੇਣਾ ਹੈ, ਤੇ ਯਾਜਕ ਨੂੰ ਹੁਕਮ ਮਿਲਿਆ ਕਿ ਤੁਸੀਂ ਦਸਵੰਧ ਲੈਣਾ ਆ। ਹੁਣ ਕੁਝ ਲੋਕ ਕਹਿੰਦੇ ਜੀ ਯਿਸੂ ਮਸੀਹ ਨੇ ਕਿਤੇ ਕਿਹਾ ਹੀ ਨਹੀਂ ਦਸਵੰਧ ਦੇਣ ਵਾਸਤੇ। ਨਵੇਂ ਨੇਮ ਦੇ ਪੁਰਾਣੇ ਨੇਮ 'ਚ ਦਸਵੰਧ ਲਿਖਿਆ ਹੈ, ਸ਼ਰਾ 'ਚ ਦਸਵੰਧ ਲਿਖਿਆ, ਮੂਸਾ ਦੀ ਸ਼ਰਾ 'ਚ ਦਸਵੰਧ ਲਿਖਿਆ, ਨਵੇਂ ਨੇਮ 'ਚ ਕਿਤੇ ਪ੍ਰਭੂ ਨੇ ਕਿਹਾ ਹੀ ਨਹੀਂ। ਦੇਖੋ, ਪਹਿਲੀ ਗੱਲ ਤੇ ਜਿਹੜੀ ਅਸੀਂ ਆਇਤ ਪੜ੍ਹੀ ਹੈ ਇਹਦੀ ਇਬਰਾਨੀਆਂ ਦੀ 7 ਬਾਬ ਦੀ 5 ਆਇਤ ਵਿੱਚ, ਇੱਥੇ ਦਸਵੰਧ ਦੇ ਬਾਰੇ ਲਿਖਿਆ ਕਿ ਯਾਜਕ ਨੂੰ ਆਰਡਰ ਮਿਲਿਆ। ਪੁਰਾਣੇ ਨੇਮ ਦੇ ਯਾਜਕ ਜਿਹੜੇ ਸੀਗੇ ਉਹ ਮੰਦਿਰ ਦੀ ਸੇਵਾ ਕਰਦੇ ਸੀਗੇ। ਜਿਹੜੇ ਨਵੇਂ ਨੇਮ ਦੇ ਯਾਜਕ ਨੇ, ਪਾਸਟਰ ਲੋਕ ਨੇ, ਉਹ ਪਰਮੇਸ਼ਰ ਦੀ ਬਾਣੀ ਦੀ ਸੇਵਾ ਕਰਦੇ ਆ, ਬਾਣੀ ਦਾ ਪ੍ਰਚਾਰ ਕਰ ਰਹੇ ਆ। ਇਹ ਮੁਕਤੀ ਦਾ ਸੰਦੇਸ਼ ਜਿਹੜਾ ਵਰਲਡ ਤੱਕ ਪਹੁੰਚਾਉਣਾ, ਸੰਸਾਰ ਤੱਕ ਪਹੁੰਚਾਉਣਾ, ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣਾ, ਇਹ ਉਹਨਾਂ ਦੀ ਡਿਊਟੀ ਲੱਗੀ ਹੈ। ਠੀਕ ਹੈ, ਉਹਦੇ ਵਾਸਤੇ ਯਿਸੂ ਮਸੀਹ ਪੱਕਾ ਕਰਕੇ ਗਿਆ ਹੈ। ਕਿਉਂਕਿ ਕਈ ਲੋਕ ਕਹਿੰਦੇ ਆ ਯਿਸੂ ਮਸੀਹ ਨੇ ਸ਼ਰਾ ਕੰਪਲੀਟ ਕਰਤੀ, ਸ਼ਰਾ ਪੂਰੀ ਕਰਤੀ, ਹੁਣ ਦਸਵੰਧ ਦਾ ਸਾਨੂੰ ਆਰਡਰ ਨਹੀਂਗਾ। ਦਸਵੰਧ ਪੁਰਾਣੇ ਨੇਮ 'ਚ ਲਿਖਿਆ ਹੈ, ਮਲਾਕੀ ਦੀ ਕਿਤਾਬ 3 ਬਾਬ ਦੀ 10 ਆਇਤ 'ਚ ਲਿਖਿਆ ਹੈਗਾ, ਵਿਵਸਥਾ ਸਾਹਿਬ ਦੀ ਕਿਤਾਬ 'ਚ ਲਿਖਿਆ ਹੈਗਾ। ਇਸ ਕਰਕੇ ਦਸਵੰਧ ਜਿਹੜਾ ਵਾ ਇਹ ਪੁਰਾਣੇ ਨੇਮ ਦੀ ਗੱਲ ਹੈ, ਇਹਨੂੰ ਮੰਨਣ ਦੀ ਕੋਈ ਲੋੜ ਨਹੀਂ। ਮੇਰੇ ਨਾਲ ਪੜੋ ਮੱਤੀ ਦੀ ਇੰਜੀਲ 23 ਅਧਿਆਏ ਉਹਦੀ 23 ਹੈ। हे ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਂਫ ਅਤੇ ਜ਼ੀਰੇ ਦਾ ਦਸਵੰਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਉ ਔਰ ਦਇਆ ਔਰ ਨਿਚਿੰਤਾ ਨੂੰ ਛੱਡ ਦਿੰਦਾ, ਪਰ ਚਾਹੀਦਾ ਸੀ ਜੋ ਇਹਨਾਂ ਨੂੰ ਵੀ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਇੱਥੇ ਯਿਸੂ ਮਸੀਹ ਜਦੋਂ ਡਾਂਟ ਰਹੇ ਸੀਗੇ ਫਰੀਸੀਆਂ ਨੂੰ, ਸਦੂਕੀਆਂ ਨੂੰ ਡਾਂਟ ਰਹੇ ਸੀਗੇ, ਧਰਮ ਦੇ ਜਿਹੜੇ ਆਗੂ ਸੀਗੇ, ਧਰਮ ਦੇ ਲੀਡਰ ਸੀ, ਉਹਨਾਂ ਨੂੰ ਡਾਂਟ ਰਹੇ ਸੀਗੇ
ਕਿਸ ਤਰੀਕੇ ਨਾਲ ਡਾਂਟ ਰਿਹਾ ਹੈ, ਹੇ ਕਪਟੀ ਸ਼ਾਸਤਰੀਓ ਤੇ ਫਰੀਸੀਓ, ਤੁਸੀਂ ਕੀ ਕਰਦੇ ਆ? ਸੌਂਫ ਦਾ ਤੇ ਜੀਰੇ ਦਾ ਤੇ ਹਰ ਚੀਜ਼ ਦਾ ਕੀ ਕਰਦੇ ਆ? ਤੁਸੀਂ ਦਸਵੰਧ ਦਿੰਦੇ ਆ। ਪਰ ਜਿਹੜੀਆਂ ਪਰਮੇਸ਼ਰ ਦੀਆਂ ਖਾਸ ਗੱਲਾਂ ਸੀ, ਨਿਆਂ ਦੀਆਂ ਗੱਲਾਂ, ਪ੍ਰੇਮ ਦੀਆਂ ਗੱਲਾਂ, ਉਹਨਾਂ ਨੂੰ ਤੁਸੀਂ ਕੀ ਕਰ ਦਿੱਤਾ? ਦਇਆ ਦੀਆਂ ਗੱਲਾਂ, ਉਹਨਾਂ ਨੂੰ ਕੀ ਕਰ ਦਿੱਤਾ? ਤੁਸੀਂ ਛੱਡ ਦਿੱਤਾ। ਇਹ ਫਰੀਸੀਆਂ ਦੇ ਵਾਸਤੇ ਲਿਖਿਆ ਕਿ ਫਰੀਸੀ ਲੋਕ ਕੀ ਕਰਦੇ ਸੀਗੇ? ਆਪਣੀ ਹਰ ਚੀਜ਼ ਦਾ, ਜੀਰੇ ਦਾ, ਸੌਂਫ ਦਾ, ਹਰ ਚੀਜ਼ ਦਾ ਕੀ ਕਰਦੇ ਸੀ? ਉਹ ਦਸਵੰਧ ਦਿੰਦੇ। ਮੂਸਾ ਦੀ ਸ਼ਰ੍ਹਾ ਦੇ ਮੁਤਾਬਕ ਇਸਰਾਇਲੀ ਲੋਕ ਜਿਹੜੇ ਸੀਗੇ ਉਹ ਦਸਵੰਧ ਜਿਹੜਾ ਸੀ ਪੂਰਾ ਦਿੰਦੇ ਸੀਗੇ। ਪਰ ਨਾਲ ਕੀ ਕਰਦੇ ਸੀ? ਉਹ ਪਰਮੇਸ਼ਰ ਦੇ ਜਿਹੜੇ ਬਾਕੀ ਹੁਕਮ ਸੀ ਉਹਨਾਂ ਦੀ ਪਾਲਣਾ ਨਹੀਂ ਸੀ ਕਰਦੇ। ਉਹਦੇ ਬਾਰੇ ਪ੍ਰਭੂ ਕਹਿ ਰਿਹਾ ਹੈ ਕਿ ਕੱਲਾ ਦਸਵੰਧ ਦੇਣ ਦਾ ਕੋਈ ਫਾਇਦਾ ਨਹੀਂ ਹੈ। ਜੇ ਤੁਸੀਂ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ, ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਤੇ ਉਹ ਤੁਹਾਡਾ ਦਸਵੰਧ ਜਿਹੜਾ ਬੇਕਾਰ ਹੈ, ਫਜ਼ੂਲ ਹੈ। ਇੱਥੇ ਪ੍ਰਭੂ ਕਹਿੰਦੇ ਆ ਕਿ ਚਾਹੀਦਾ ਸੀ ਕਿਤੇ ਉਹ ਵੀ ਕਰਦੇ ਤੇ ਇਹ ਵੀ ਕਰਦੇ, ਪਰਮੇਸ਼ਰ ਦੇ ਹੁਕਮਾਂ ਦੀ ਵੀ ਪਾਲਣਾ ਕਰਦੇ ਤੇ ਆਪਣਾ ਦਸਵੰਧ ਵੀ ਦਿੰਦੇ। ਦੇਖੋ ਯਿਸੂ ਮਸੀਹ ਨੇ ਕਿੰਨੇ ਕਲੀਅਰ ਸ਼ਬਦਾਂ ਵਿੱਚ ਕਿਹਾ। ਇਹ ਲੋਕ ਜਿਹੜੇ ਨੇ ਪਰਮੇਸ਼ਰ ਦੀ ਬਾਣੀ ਨੂੰ ਜਿਹੜੇ ਨਹੀਂ ਜਾਣਦੇ, ਉਹ ਕਹਿੰਦੇ ਜੀ ਪੁਰਾਣੇ ਨੇਮ ਦੀ ਗੱਲ ਹੈ, ਤੇ ਇਸ ਕਰਕੇ ਅਸਲ 'ਚ ਉਹਨਾਂ ਦਾ ਦਸਵੰਧ ਦੇਣ ਨੂੰ ਜੀ ਨਹੀਂ ਕਰਦਾ। ਦਸਵੰਧ ਤਾਂ ਪਰਮੇਸ਼ਰ ਦਾ ਹਿੱਸਾ ਹੈ। ਜਿਹੜੀ ਵੀ ਤੁਸੀਂ ਕਮਾਈ ਕਰਦੇ ਆ, ਜੋ ਵੀ ਤੁਸੀਂ ਕੰਮ ਕਰਦੇ ਆ, ਲੇਵੀਆਂ ਦੀ ਪੋਥੀ 27 ਬਾਬ ਦੀ 30 ਆਇਤ ਦੇ ਮੁਤਾਬਕ, ਮਲਾਕੀ 3 ਬਾਬ ਦੀ 10 ਆਇਤ ਦੇ ਮੁਤਾਬਕ ਇਹ ਤੁਹਾਡਾ ਹਿੱਸਾ ਨਹੀਂ ਹੈ, ਪਰਮੇਸ਼ਰ ਦਾ ਹਿੱਸਾ ਹੈ। ਠੀਕ ਹੈ? ਇਹ ਜਿਹੜਾ ਪਰਮੇਸ਼ਰ ਦਾ ਹਿੱਸਾ ਹੈ, ਪਰਮੇਸ਼ਰ ਨੂੰ ਮਿਲਣਾ ਚਾਹੀਦਾ ਹੈ, ਪਰਮੇਸ਼ਰ ਨੂੰ ਦੇਣਾ ਚਾਹੀਦਾ ਹੈ। ਔਰ ਕੁਝ ਲੋਕ ਨਹੀਂ ਦੇਣਾ ਚਾਹੁੰਦੇ, ਉਹ ਫਿਰ ਕੁਝ ਨਾ ਕੁਝ ਬਹਾਨੇ ਲੱਭਦੇ ਆ ਬਾਈਬਲ ਦੇ ਚੋਂ। ਉਹ ਕਹਿੰਦੇ ਜੀ ਬਾਈਬਲ 'ਚ ਤੇ ਕਿਤੇ ਪੁਰਾਣੇ ਨੇਮ ਜ਼ਰੂਰ ਲਿਖਿਆ, ਲੇਕਿਨ ਨਵੇਂ ਨੇਮ 'ਚ ਕਿਤੇ ਨਹੀਂ ਲਿਖਿਆ। ਦੇਖੋ ਨਵੇਂ ਨੇਮ 'ਚ ਕਿੰਨੇ ਕਲੀਅਰ ਸ਼ਬਦਾਂ 'ਚ ਪ੍ਰਭੂ ਕਹਿ ਰਿਹਾ ਹੈ, ਯਿਸੂ ਮਸੀਹ ਕਹਿ ਰਿਹਾ ਕਿ ਚਾਹੀਦਾ ਸੀ ਉਹ ਵੀ ਕਰਦੇ, ਤੇ ਮਤਲਬ ਦਸਵੰਧ ਵੀ ਦਿਓ ਤੇ ਹੁਕਮਾਂ ਦੀ ਪਾਲਣਾ ਵੀ। ਕੁਝ ਲੋਕ ਕੀ ਕਰਦੇ ਨੇ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਤਾਂ ਰੂਟੀਨ ਨਾਲ ਦਿੰਦੇ ਆ। ਜਦੋਂ ਉਹਨਾਂ ਨੂੰ ਤਨਖਾਹ ਮਿਲੇਗੀ, ਜਦੋਂ ਉਹਨਾਂ ਦੀ ਫਸਲ ਆਏਗੀ, ਉਹ ਆਪਣੀ ਕਮਾਈ ਦਾ 10ਵਾਂ ਹਿੱਸਾ ਪੂਰੇ ਟਾਈਮ ਦੇ ਉੱਤੇ, ਰਾਈਟ ਟਾਈਮ ਦੇ ਉੱਤੇ ਕੱਢ ਕੇ ਕੀ ਕਰ ਦਿੰਦੇ ਨੇ? ਚਰਚ ਦੇ ਦਿੰਦੇ ਨੇ, ਚਰਚ ਦੇ ਕੰਮਾਂ ਵਾਸਤੇ। ਲੇਕਿਨ ਆਪ ਕੀ ਕਰਦੇ ਆ? ਨਾ ਤਾਂ ਉਹ ਐਤਵਾਰ ਨੂੰ ਬੰਦਗੀ ਚਾਹੁੰਦੇ ਆ, ਨਾ ਉਹ ਪਰਮੇਸ਼ਰ ਦੀ ਬਾਣੀ ਸੁਣਦੇ ਆ, ਨਾ ਬਾਕੀ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਆ। ਉਸ ਦਸਵੰਧ ਦਾ ਕੋਈ ਫਾਇਦਾ ਨਹੀਂ। ਪਰਮੇਸ਼ਰ ਦੇ ਦਸਵੰਧ ਦੇਣ ਦਾ ਤਾਂ ਫਾਇਦਾ ਵਾ ਕਿ ਜੇ ਤੁਸੀਂ ਬਾਕੀ ਹੁਕਮ ਵੀ ਕੀ ਕਰ ਰਹੇ ਆ? ਪੂਰੇ ਕਰ ਰਹੇ, ਬਾਕੀ ਹੁਕਮਾਂ ਦੀ ਵੀ ਪਾਲਣਾ ਕਰ ਰਹੇ ਆ, ਜਿਹੜੇ ਪਰਮੇਸ਼ਰ ਦੀ ਬਾਣੀ 'ਚ ਲਿਖਿਆ ਹੈ। ਜੇ ਤੁਸੀਂ ਉਹਨਾਂ ਹੁਕਮਾਂ ਦੀ ਪਾਲਣਾ ਕਰ ਰਹੇ ਆ, ਫਿਰ ਤੁਹਾਡਾ ਜਿਹੜਾ ਦਸਵੰਧ ਜਿਹੜਾ ਹੈ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਮਨਜ਼ੂਰ ਹੋ ਰਿਹਾ ਹੈ। ਤੇ ਜੇ ਆਪਾਂ ਇਕੱਲਾ ਦਸਵੰਧ ਹੀ ਦੇ ਕੇ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਦਸਵੰਧ ਦੇਤਾ ਪਰਮੇਸ਼ਰ ਖੁਸ਼ ਹੋ ਜਾਣਗੇ, ਇਹਦੇ ਨਾਲ ਪਰਮੇਸ਼ਰ ਖੁਸ਼ ਨਹੀਂ ਹੁੰਦੇ। ਯਿਸੂ ਮਸੀਹ ਨੇ ਸਾਫ਼ ਕਹਿਤਾ ਕਿ ਇਹਦੇ ਨਾਲ ਮੈਂ ਖੁਸ਼ ਨਹੀਂ ਆ। ਹੁਣ ਉਹ ਫਰੀਸੀਆਂ ਨੂੰ ਉਹਨੇ ਜਿਹੜੇ ਦਸਵੰਧ ਦੇ ਰਹੇ ਸੀ, ਉਹਨਾਂ ਨੂੰ ਲਾਂਤ ਪਾਈ, ਉਹਨੇ ਉਹਨਾਂ ਨੂੰ ਡਾਂਟਿਆ ਕਿ ਤੁਸੀਂ ਦਸਵੰਧ ਦੇ ਰਹੇ ਲੇਕਿਨ ਬਾਕੀ ਹੁਕਮਾਂ ਦੀ ਤੁਸੀਂ ਪਾਲਣਾ ਨਹੀਂ ਕਰ ਰਹੇ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਦੋਵੇਂ ਕੰਮ ਕਰੋ। ਈਸਾਇਆ 'ਚ ਪ੍ਰਭੂ ਕਹਿੰਦਾ ਤੁਸੀਂ ਦੋਵੇਂ ਕੰਮ ਕਰੋ, ਪਰਮੇਸ਼ਰ ਦੇ ਹੁਕਮਾਂ ਦੀ ਵੀ ਪਾਲਣਾ ਕਰੋ ਤੇ ਆਪਣੀ ਕਮਾਈ ਦਾ 10ਵਾਂ ਹਿੱਸਾ ਵੀ ਇਮਾਨਦਾਰੀ ਨਾਲ ਪਰਮੇਸ਼ਰ ਦੇ ਘਰ ਦੇ 'ਚ ਤਾਂ ਸਮਝ ਗਏ। ਮੈਂ ਇਸ ਕਰਕੇ, ਕਿਉਂਕਿ ਤੁਸੀਂ ਇਕੱਲੇ ਮੈਨੂੰ ਫੋਨ ਤੇ ਪੁੱਛਦੇ ਆ, ਮੈਂ ਇਕੱਲੇ ਇੱਕ ਬੰਦੇ ਨੂੰ ਸਮਝਾਉਣ ਦੇ 'ਚ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਮੈਂ ਘੰਟਾ ਡੇਢ ਘੰਟਾ ਲਾ ਕੇ ਤੁਹਾਨੂੰ ਫੋਨ ਦੇ ਉੱਤੇ ਵੀ ਸਮਝਾ ਸਕਦਾ ਵਾਂ, ਬਾਣੀ ਦੇ ਚੋਂ ਤੁਹਾਨੂੰ ਆਇਤਾਂ ਮੈਂ ਪੜ੍ਹਾ ਸਕਦਾ ਵਾਂ। ਲੇਕਿਨ ਜਦੋਂ ਮੈਂ ਤੁਹਾਨੂੰ ਇਕੱਠੇ ਬੈਠਿਆਂ ਨੂੰ ਸਾਰਿਆਂ ਨੂੰ ਦੱਸ ਦਿੰਦਾ ਵਾਂ, ਉਹਦੇ ਨਾਲ ਕੀ ਹੁੰਦਾ ਵਾ ਕਿ ਜਿਨ੍ਹਾਂ ਨੇ ਸਵਾਲ ਨਹੀਂ ਪੁੱਛਿਆ ਹੁੰਦਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਦੀ ਬਾਣੀ 'ਚ ਕੀ ਲਿਖਿਆ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੱਸਣ ਡਿਆ ਵਾਂ। ਪਰਮੇਸ਼ਰ ਦੀ ਬਾਣੀ ਦੇ ਵਿੱਚ ਇਬਰਾਹਾਮ ਨੇ ਦਸਵੰਧ ਦਿੱਤਾ। ਕਿਹਨੂੰ ਦਿੱਤਾ? ਜਿਸ ਯਾਜਕ ਨੇ ਉਹਨੂੰ ਆ ਕੇ ਰੋਟੀ ਦਿੱਤੀ ਤੇ ਉਹਦੇ ਵਾਸਤੇ ਪ੍ਰਾਰਥਨਾ ਕੀਤੀ। ਯਾਜਕ ਨੇ ਦੋ ਕੰਮ ਕੀਤੇ, ਰੋਟੀ ਤੇ ਦਾਖ ਮਧੂ। ਦਾਖ ਮਧੂ ਦਾ ਮਤਲਬ ਜਿਹੜਾ ਹੈਗਾ, ਦਾਖ ਜਿਹੜਾ ਹੈ ਪਰਮੇਸ਼ਰ ਦੀ ਬਾਣੀ 'ਚ ਪਵਿੱਤਰ ਆਤਮਾ ਨੂੰ ਪ੍ਰਗਟ ਕਰਦਾ ਹੈ। ਬਾਣੀ 'ਚ ਲਿਖਿਆ ਨਾ, ਇਫਸੀਆਂ ਦੀ ਪੱਤਰੀ 'ਚ ਲਿਖਿਆ ਨਾ, ਤੁਸੀਂ ਮੈਂ ਨਾ ਮਸਤ ਨਾ ਹੋਵੋ ਪਰ ਪਵਿੱਤਰ ਆਤਮਾ ਨਾਲ ਭਰਦੇ ਜਾਓ, ਭਰਪੂਰ ਹੋਵੋ। ਠੀਕ ਹੈ? ਮੈਂ ਜਿਹੜੀ ਹੈ ਉਹਦੀ ਤੁਲਨਾ ਪਰਮੇਸ਼ਰ ਦੀ ਬਾਣੀ ਦੇ ਵਿੱਚ ਪਵਿੱਤਰ ਆਤਮਾ ਨਾਲ ਕੀਤੀ ਗਈ ਹੈ। ਤਾਂ ਉਸ ਪਰਮੇਸ਼ਰ ਦੇ ਦਾਸ ਨੇ, ਪਰਮੇਸ਼ਰ ਦੇ ਯਾਜਕ ਨੇ ਇਬਰਾਹਾਮ ਨੂੰ, ਪਰਮੇਸ਼ਰ ਦੇ ਸੰਤ ਨੂੰ ਕੀ ਕੀਤਾ? ਰੋਟੀ ਤੇ ਦਾਖ ਮਧੂ ਦਿੱਤਾ। ਦਾਖ ਮਧੂ ਪਵਿੱਤਰ ਆਤਮਾ ਤੇ ਰੋਟੀ ਜਿਹੜੀ ਹੈ ਪਰਮੇਸ਼ਰ ਦੇ ਵਚਨ, ਇਹਨਾਂ ਨੂੰ ਪ੍ਰਗਟ ਕਰਦੀ ਹੈ। ਉਹਨੇ ਰੋਟੀ ਦਿੱਤੀ ਤੇ ਅਬਰਾਹਾਮ ਨੇ ਕੀ ਕੀਤਾ ਕਿ ਆਪਣੇ ਜੋ ਵੀ ਉਹਨੂੰ ਲੜਾਈ ਦੇ ਵਿੱਚ, ਫਤਿਹ ਦੇ ਵਿੱਚ ਉਹਨੂੰ ਜੋ ਵੀ ਸਮਾਨ ਮਿਲਿਆ ਸੀਗਾ, ਉਹਨੇ ਕੀ ਕੀਤਾ? ਉਹਨਾਂ ਸਾਰੀਆਂ ਚੀਜ਼ਾਂ ਦਾ ਦਸਵੰਧ ਦਿੱਤਾ।
ਠੀਕ ਹੈ। ਕੁਝ ਲੋਕ ਕਹਿੰਦੇ ਜੀ ਉਹ ਤੇ ਅਬਰਾਹਮ ਜਿਹੜਾ ਸੀ ਉਹ ਤੇ ਲੜਾਈ ਕਰਕੇ ਆਇਆ ਸੀ ਤੇ ਉੱਥੋਂ ਉਹਨੇ ਜਿਹੜਾ ਸਮਾਨ ਲਿਆਂਦਾ ਸੀ ਉਹ 'ਚੋਂ ਦਸਵੰਧ ਦਿੱਤਾ, ਆਪਾਂ ਕਿਹੜੇ ਲੜਾਈ ਕਰਕੇ ਆਏ ਹਾਂ। ਮਤਲਬ ਕੋਈ ਕੰਮ ਕਰਕੇ ਆਇਆ ਸੀਗਾ, ਉਹਨੇ ਕੋਈ ਕੰਮ ਕੀਤਾ ਸੀ ਆਪਣੇ ਹੱਥਾਂ ਨਾਲ। ਕੀ ਕੰਮ ਕੀਤਾ ਸੀਗਾ ਕਿ ਉਹਨੇ ਫਤਿਹ ਪਾਈ ਸੀਗੀ, ਆਪਣੇ ਦੁਸ਼ਮਣਾਂ ਦੇ ਉੱਤੇ ਫਤਿਹ ਪਾਈ ਸੀਗੀ। ਔਰ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਫਤਿਹ ਪਾਉਣ ਦੇ ਵੇਲੇ ਕੀ ਹੁੰਦਾ ਸੀਗਾ ਕਿ ਲੋਕ ਕੀ ਕਰਦੇ ਸੀ, ਜਿਹੜਾ ਉੱਥੇ ਸੋਨਾ ਚਾਂਦੀ ਹੁੰਦਾ ਸੀਗਾ ਜਾਂ ਧਨ ਦੌਲਤ ਹੁੰਦੀ ਸੀ ਉਹ ਨਾਲ ਲੈ ਕੇ ਆਉਂਦੇ ਸੀਗੇ। ਪੁਰਾਣੇ ਜ਼ਮਾਨੇ ਵਿੱਚ ਇਹ ਉਹਨਾਂ ਦੀ ਇਨਕਮ ਹੁੰਦੀ ਸੀ, ਰਾਜਿਆਂ ਦੀ ਆਮਦਨ ਹੁੰਦੀ ਸੀ। ਇਹ ਜਿੱਦਾਂ ਜਿਹੜਾ ਸੀਗਾ ਸਿਕੰਦਰ ਜਿੱਥੇ ਜਾਂਦਾ ਸੀ ਅਟੈਕ ਕਰਦਾ ਸੀਗਾ ਔਰ ਉੱਥੋਂ ਦੀ ਸਾਰੀ ਧਨ ਦੌਲਤ ਜਿਹੜੀ ਸੀ ਆਪਣੇ ਖਜ਼ਾਨੇ 'ਚ ਇਕੱਠੀ ਕਰਦਾ ਸੀਗਾ। ਇਹ ਉਹਨਾਂ ਦੀ ਆਮਦਨ ਹੁੰਦੀ ਸੀ ਰਾਜਿਆਂ ਦੀ, ਠੀਕ ਹੈ। ਤਾਂ ਉਹ ਇਹ ਪੁਰਾਣੇ ਜ਼ਮਾਨੇ ਦੀ ਸੀਗੀ, ਠੀਕ ਹੈ। ਉਹਨੇ ਕੋਈ ਕੰਮ ਕੀਤਾ ਸੀ, ਉਹਨੇ ਕੰਮ ਦਾ ਕੀ ਕੀਤਾ, ਆਪਣਾ 10ਵਾਂ ਹਿੱਸਾ ਦਿੱਤਾ। ਤੁਸੀਂ 10ਵਾਂ ਹਿੱਸਾ ਕਾਹਦਾ ਦੇਣਾ, ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਜਾ ਕੇ ਤੇ ਬੰਦੇ ਮਾਰ ਕੇ ਤੇ ਉਹਨਾਂ ਦੇ ਕੋਲੋਂ ਪੈਸੇ ਖੋ ਕੇ ਲਿਆਓ ਤੇ ਫਿਰ ਦਸਵੰਧ ਦਿਓ, ਉਹ ਦਸਵੰਧ ਨਹੀਂ, ਠੀਕ ਹੈ। ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਤੁਸੀਂ ਸਵੇਰ ਨੂੰ ਉੱਠਦੇ ਕੋਈ ਨਾ ਕੋਈ ਕੰਮ ਕਰਨ ਵਾਸਤੇ ਜਾਂਦੇ ਆ, ਕੋਈ ਬੰਦਾ ਦੁਕਾਨ ਤੇ ਜਾ ਰਿਹਾ, ਕੋਈ ਬੰਦਾ ਵਪਾਰ ਕਰ ਰਿਹਾ, ਕੋਈ ਬੰਦਾ ਨੌਕਰੀ ਕਰ ਰਿਹਾ, ਕੋਈ ਬੰਦਾ ਖੇਤੀਬਾੜੀ ਕਰ ਰਿਹਾ। ਉਹਦੇ 'ਚ ਜੋ ਤੁਸੀਂ ਕੰਮ ਕਰਦੇ ਹੋ ਉਹਦਾ ਦਸਵੰਧ ਜਿਹੜਾ ਤੁਸੀਂ ਕੀ ਕਰਨਾ, ਉਹਨੂੰ ਸਮਾਜ ਭਲਾਈ ਕੰਮਾਂ 'ਚ ਨਹੀਂ ਖਰਚ ਕਰਨਾ। ਸਮਾਜ ਭਲਾਈ ਦੇ ਕੰਮ ਜਿਹੜੇ ਨੇ ਉਹ ਇੱਥੇ ਹੀ ਖਤਮ ਹੋਣੇ ਨੇ, ਇਸ ਸੰਸਾਰ ਦੇ ਨਾਲ ਹੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਭੁੱਖਿਆਂ ਨੂੰ ਖਾਣਾ ਖਿਲਾ ਦੋਗੇ, ਉਹ ਭੁੱਖੇ ਨੂੰ ਖਾਣਾ ਮਿਲ ਗਿਆ, ਲੇਕਿਨ ਉਹਦੀ ਆਤਮਾ ਜਿਹੜੀ ਹੈ ਸਵਰਗ ਨਹੀਂ ਜਾ ਸਕਦੀ। ਉਹਦੀ ਆਤਮਾ ਜਿਹੜੀ ਹੈ ਮਰਨ ਦੇ ਬਾਅਦ ਨਰਕਾਂ ਦੀ ਅੱਗ ਦੇ ਜਾਏਗੀ। ਉਹਦੀ ਆਤਮਾ ਤਾਂ ਜਾਏਗੀ ਜੇ ਤੁਸੀਂ ਉਹਨੂੰ ਪਰਮੇਸ਼ਰ ਦੀ ਜੀਵਨ ਦੀ ਰੋਟੀ ਉਹਨਾਂ ਤੱਕ ਪਹੁੰਚਾਓਗੇ। ਜਦੋਂ ਤੁਸੀਂ ਪਰਮੇਸ਼ਰ ਦੇ ਮੁਕੱਰਰ ਕੀਤੇ ਗਏ ਸੇਵਕਾਂ ਨੂੰ, ਪਾਸਟਰਾਂ ਨੂੰ, ਜਦੋਂ ਤੁਸੀਂ ਆਪਣੇ ਦਸਵੰਧ ਨਾਲ ਸਪੋਰਟ ਕਰਦੇ ਆ, ਪੈਸਾ ਦਿੰਦੇ ਆ, ਉਹ ਪੈਸੇ ਨਾਲ ਕੀ ਕਰਦੇ ਆ, ਪਰਮੇਸ਼ਰ ਦੀ ਬਾਣੀ ਅੱਗੇ ਤੋਂ ਅੱਗੇ ਫੈਲਾਉਂਦੇ ਆ। ਦੇਖੋ ਤੁਹਾਡੇ ਤੱਕ ਪਰਮੇਸ਼ਰ ਦਾ ਵਚਨ ਪਹੁੰਚਿਆ, ਕਿਸੇ ਪਰਮੇਸ਼ਰ ਦੇ ਦਾਸ ਨੇ ਤੁਹਾਡੇ ਤੱਕ ਪਰਮੇਸ਼ਰ ਦਾ ਵਚਨ ਪਹੁੰਚਾਇਆ, ਠੀਕ ਹੈ ਜੀ। ਵਚਨ ਤੁਹਾਡੇ ਤੱਕ ਨਾ ਪਹੁੰਚਦਾ, ਤੁਸੀਂ ਮੁਕਤੀ ਨਹੀਂ ਪਾਣੀ, ਤੁਸੀਂ ਬਪਤਿਸਮਾ ਨਹੀਂ ਲੈਣਾ ਹੈਗਾ, ਤੁਸੀਂ ਸਵਰਗ ਵਾਸਤੇ ਤਿਆਰ ਨਹੀਂ ਹੋਣਾ ਹੈਗਾ, ਠੀਕ ਹੈ ਗੱਲ। ਪਰਮੇਸ਼ਰ ਦੇ ਸੇਵਕਾਂ ਨੂੰ ਜਿੰਨਾ ਜ਼ਿਆਦਾ ਆਪਾਂ ਸਪੋਰਟ ਕਰਾਂਗੇ, ਪਾਸਟਰਾਂ ਨੂੰ ਆਪਾਂ ਸਪੋਰਟ ਕਰਾਂਗੇ, ਉਹਨਾਂ ਦੇ ਆਪਾਂ ਹੱਥ ਮਜ਼ਬੂਤ ਕਰਾਂਗੇ, ਉਹਨਾਂ ਨੂੰ ਆਪਾਂ ਸਟਰੋਂਗ ਕਰਾਂਗੇ, ਉਹਨਾਂ ਦਲੇਰੀ ਦੇ ਨਾਲ ਕੀ ਕਰਨਗੇ, ਪਰਮੇਸ਼ਰ ਦੀ ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਗੇ, ਵੱਧ ਤੋਂ ਵੱਧ ਪਰਮੇਸ਼ਰ ਦੀ ਬਾਣੀ ਨੂੰ ਅੱਗੇ ਫੈਲਾਉਣਗੇ, ਠੀਕ ਹੈ। ਤਾਂ ਆਪਣਾ ਜਿਹੜਾ ਦਸਵੰਧ ਆ ਉਹ ਤੁਹਾਡਾ ਬਾਣੀ ਦੇ ਅਨੁਸਾਰ ਕਿੱਥੇ ਬਣਦਾ ਵਾ, ਜਿਸ ਚਰਚ ਦੇ ਜਾ ਕੇ ਤੁਸੀਂ ਪਰਮੇਸ਼ਰ ਦੀ ਬਾਣੀ ਸਿੱਖਦੇ ਆ, ਬਾਣੀ ਸੁਣਦੇ ਆ, ਆਤਮਿਕ ਭੋਜਨ ਕਰਦੇ ਆ, ਤੁਹਾਨੂੰ ਆਤਮਿਕ ਭੋਜਨ ਮਿਲਦਾ। ਜਿਹੜਾ ਯਾਜਕ ਤੁਹਾਨੂੰ ਆਤਮਿਕ ਭੋਜਨ ਦੇ ਰਿਹਾ ਵਾ, ਤੁਹਾਡਾ ਇਹ ਫਰਜ਼ ਬਣਦਾ ਕਿ ਆਪਣਾ ਦਸਵੰਧ ਉਸ ਯਾਜਕ ਨੂੰ ਦੇਣਾ। ਇਹ ਹੈ ਬਾਈਬਲ ਦਾ ਤਰੀਕਾ। ਦੂਜੀ ਗੱਲ ਇਹ ਹੈ ਕਿ ਉਸ ਮਲਕਿਸਦਕ ਯਾਜਕ ਨੇ ਕੀ ਕੀਤਾ, ਅਬਰਾਹਮ ਨੂੰ ਪਰਮੇਸ਼ਰ ਦੇ ਨਾਂ ਨਾਲ ਆਸ਼ੀਰਵਾਦ ਦਿੱਤਾ, ਉਹਦੇ ਵਾਸਤੇ ਪ੍ਰਾਰਥਨਾ ਕੀਤੀ। ਯਾਜਕ ਦੀਆਂ ਡਿਊਟੀਆਂ ਨੇ ਕੁਛ, ਯਾਜਕ ਨੇ ਬਾਣੀ ਵੀ ਸੁਣਾਣੀ ਹੈ ਤੇ ਯਾਜਕ ਨੇ ਕਲੀਸਿਆ ਨੂੰ ਆਸ਼ੀਰਵਾਦ ਵੀ ਦੇਣੇ ਆ। ਪਰਮੇਸ਼ਰ ਦੀ ਮੂਸਾ ਦੀ ਸ਼ਰਤ ਦੇ ਮੁਤਾਬਕ ਯਾਜਕ ਦੀ ਡਿਊਟੀ ਲਗਾਈ ਸੀ ਪਰਮੇਸ਼ਰ ਨੇ ਕਿ ਤੂੰ ਕੀ ਕਰਨਾ, ਮੇਰੀ ਪ੍ਰਜਾ ਨੂੰ ਮੇਰਾ ਨਾਂ ਲੈ ਕੇ ਆਸ਼ੀਰਵਾਦ ਦੇਣਾ। ਜਦੋਂ ਯਾਜਕ ਆਸ਼ੀਰਵਾਦ ਕਹਿੰਦਾ ਤਾਂ ਆਸ਼ੀਰਵਾਦ ਹੋ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਸ ਵੀ ਤੁਸੀਂ ਘਰ ਜਾਓ, ਆਪਣੇ ਚੇਲਿਆਂ ਨੂੰ ਉਹਨੇ ਜਦੋਂ ਪ੍ਰਚਾਰ ਵਾਸਤੇ ਭੇਜਿਆ, ਉਹਨੇ ਕਿਹਾ ਜਿਸ ਵੀ ਘਰ ਜਾਓ, ਘਰ ਦੇ ਜਾਂਦੇ ਪਹਿਲੇ ਕੀ ਕਰਨੀ, ਤੁਸੀਂ ਸੁੱਖ ਸ਼ਾਂਤੀ ਮੰਗਣੀ। ਇਹ ਹੈ ਬਲੈਸਿੰਗ ਦੇਣੀ, ਬਰਕਤ ਦੇਣੀ। ਜਿਸ ਵੀ ਘਰ ਜਾਣਾ ਤੇ ਪਾਸਟਰਾਂ ਨੂੰ ਹੁਕਮ ਹੈ ਕਿ ਤੁਸੀਂ ਕੀ ਕਰਨਾ, ਉਸ ਘਰ ਨੂੰ ਸੁੱਖ ਤੇ ਸਲਾਮਤੀ ਮੰਗਣੀ, ਮਤਲਬ ਪਰਮੇਸ਼ਰ ਦੇ ਕੋਲੋਂ ਬਰਕਤ ਮੰਗਣੀ, ਉਸ ਘਰ ਦੇ ਵਾਸਤੇ, ਉਸ ਪਰਿਵਾਰ ਦੇ ਵਾਸਤੇ, ਉਸ ਜੀਆਂ ਦੇ ਵਾਸਤੇ ਬਰਕਤ ਮੰਗਣੀ, ਉਹਨੂੰ ਪ੍ਰਾਰਥਨਾ ਕਰਨੀ, ਉਹਦੇ ਵਾਸਤੇ ਉਹਨੂੰ ਬਲੈਸ ਕਰਨਾ, ਉਹਨੂੰ ਆਸ਼ੀਰਵਾਦ ਦੇਣਾ। ਇਹ ਜਿਸ ਤਰ੍ਹਾਂ ਯਾਜਕਾਂ ਦੀ ਡਿਊਟੀ ਲੱਗੀ ਸੀ ਮੂਸਾ ਦੀ ਸ਼ਰਤ ਦੇ ਮੁਤਾਬਕ, ਯਿਸੂ ਮਸੀਹ ਨੇ ਆਪਣੇ ਚੇਲਿਆਂ ਦੀ ਡਿਊਟੀ ਲਗਾਈ, ਤੁਸੀਂ ਜਿਸ ਘਰ ਜਾਣਾ ਉਸ ਘਰ ਨੂੰ ਤੁਸੀਂ ਕੀ ਕਰਨਾ, ਆਸ਼ੀਰਵਾਦ ਦੇਣਾ। ਯਾਜਕ ਦੀ ਡਿਊਟੀ ਹੈ ਪਰਮੇਸ਼ਰ ਦੇ ਲੋਕਾਂ ਵਾਸਤੇ ਪ੍ਰਾਰਥਨਾ ਕਰਨਾ, ਠੀਕ ਹੈ। ਇੱਕ ਤੇ ਆਤਮਿਕ ਭੋਜਨ ਦੇਣਾ, ਦੂਸਰਾ ਪਰਮੇਸ਼ਰ ਦੇ ਲੋਕਾਂ ਦੇ ਵਾਸਤੇ, ਪਰਮੇਸ਼ਰ ਦੀ ਪ੍ਰਜਾ ਵਾਸਤੇ ਪ੍ਰਾਰਥਨਾ ਕਰਨਾ, ਉਹਨਾਂ ਦੇ ਵਾਸਤੇ ਦੁਆ ਕਰਨਾ। ਇਹ ਯਾਜਕ ਦੀ ਡਿਊਟੀ ਹੈ, ਠੀਕ ਹੈ। ਤਾਂ ਪਰਮੇਸ਼ਰ ਦੀ ਬਾਣੀ ਦੇ ਮੁਤਾਬਕ ਜਿਹੜਾ ਸਾਡਾ ਦਸਵੰਧ ਹੈ, ਉਹ ਅਸੀਂ ਦੇਖਿਆ ਕਿ ਪਰਮੇਸ਼ਰ ਦੀ ਬਾਣੀ 'ਚ ਜਿਹੜੇ ਲੋਕ ਯਾਜਕ ਬਣ ਜਾਂਦੇ ਆ, ਪਰਮੇਸ਼ਰ ਦੇ ਸੇਵਕ ਬਣ ਜਾਂਦੇ ਆ, ਉਹਨਾਂ ਨੂੰ ਇਹ ਅਧਿਕਾਰ ਮਿਲਿਆ, ਅਧਿਕਾਰ, ਠੀਕ ਹੈ। ਉਹਨਾਂ ਨੂੰ ਇਹ ਅਧਿਕਾਰ ਮਿਲਿਆ ਕਿ ਤੁਸੀਂ ਕੀ ਕਰਨਾ, ਆਪਣੇ ਸਕੇ ਭਰਾਵਾਂ ਕੋਲੋਂ ਵੀ ਦਸਵੰਧ ਲੈਣਾ। ਔਰ ਕਲੀਸਿਆ ਨੂੰ ਇਹ ਡਿਊਟੀ ਮਿਲੀ ਹੈ ਕਿ ਤੁਸੀਂ ਕੀ ਕਰਨਾ, ਪਰਮੇਸ਼ਰ ਦੇ ਥਾਪੇ ਗਏ ਸੇਵਕਾਂ ਨੂੰ ਕੀ ਕਰਨਾ, ਦਸਵੰਧ ਦੇਣਾ, ਪਰਮੇਸ਼ਰ ਦੇ ਕੰਮ ਦੇ ਵਾਸਤੇ, ਚਰਚ ਦੇ ਕੰਮ ਦੇ ਵਾਸਤੇ। ਤੁਹਾਡਾ ਦਸਵੰਧ ਜਿਹੜਾ ਚਰਚ ਦੇ ਕੰਮ ਦੇ ਵਿੱਚ ਕੰਮ ਆਉਣਾ ਚਾਹੀਦਾ।
ਪਰਮੇਸ਼ਰ ਦੀ ਬਾਣੀ ਨੂੰ ਫੈਲਾਉਣ ਦੇ ਕੰਮ ਆਉਣਾ ਚਾਹੀਦਾ, ਪਰਮੇਸ਼ਰ ਦੀ ਬਾਣੀ ਨੂੰ ਵਧਾਉਣ ਦੇ ਕੰਮ ਆਉਣਾ ਚਾਹੀਦਾ, ਨਾ ਕਿ ਸਮਾਜਿਕ ਕੰਮਾਂ ਦੇ ਵਿੱਚ। ਸਮਾਜ ਸੇਵਾ ਦਾ ਜਦੋਂ ਤੁਹਾਨੂੰ ਕਿਤੇ ਮੌਕਾ ਮਿਲ ਜਾਂਦਾ ਕਰੋ। ਜੇ ਤੁਹਾਨੂੰ ਕੋਈ ਬੰਦਾ ਭੁੱਖਾ ਮਿਲ ਜਾਂਦਾ ਉਹਨੂੰ ਰੋਟੀ ਖਿਲਾਓ, ਲੇਕਿਨ ਦਸਵੰਧ ਚੋਂ ਨਹੀਂ, ਉਹਨੂੰ ਅਲੱਗ ਦਾਨ ਕਰੋ। ਠੀਕ ਹੈ, ਨੰਗੇ ਨੂੰ ਕੱਪੜਾ ਦਿਓ, ਭੁੱਖੇ ਨੂੰ ਰੋਟੀ ਦਿਓ, ਵਿਧਵਾ ਦੀ ਮਦਦ ਕਰੋ, ਯਤੀਮਾਂ ਦੀ ਮਦਦ ਕਰੋ। ਇਹ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਇੱਕ ਭਗਤੀ ਹੈ। ਭਗਤੀ ਕਰਨ ਵਾਲਿਆਂ ਦੇ ਵਾਸਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਵਾ ਕਿ ਇੱਕ ਬਾਣੀ 'ਚ ਆਰਡਰ ਮਿਲਿਆ ਵਾ ਕਿ ਗਰੀਬਾਂ ਦੀ ਮਦਦ ਕਰਨਾ, ਗਰੀਬਾਂ ਯਤੀਮਾਂ ਦੀ ਵਿਧਵਾਵਾਂ ਦੀ ਮਦਦ ਕਰਨਾ ਇੱਕ ਪੁੰਨ ਦਾ ਕੰਮ ਹੈ। ਇਹ ਪੁੰਨ ਦਾ ਕੰਮ ਹੈਗਾ। ਲੇਕਿਨ ਜਿੱਥੋਂ ਤੱਕ ਦਸਵੰਧ ਦਾ ਸਵਾਲ ਹੈ, ਦਸਵੰਧ ਜਿਹੜਾ ਤੁਹਾਡਾ ਇਹ ਚਰਚ ਨੂੰ ਅੱਗੇ ਵਧਾਉਣ ਵਾਸਤੇ, ਚਰਚ ਦੇ ਕੰਮਾਂ ਨੂੰ ਪੂਰਾ ਕਰਨ ਵਾਸਤੇ, ਚਰਚ ਦੇ ਖਰਚਿਆਂ ਨੂੰ ਪੂਰਾ ਕਰਨ ਵਾਸਤੇ, ਪਰਮੇਸ਼ਰ ਦੇ ਸੇਵਕਾਂ ਦੇ ਖਰਚਿਆਂ ਨੂੰ ਪੂਰਾ ਕਰਨ ਵਾਸਤੇ ਇਹ ਤੁਹਾਡਾ ਦਸਵੰਧ ਜਿਹੜਾ ਇੱਥੇ ਖਰਚ ਹੋਣਾ ਚਾਹੀਦਾ। ਉਹ ਪਰਮੇਸ਼ਰ ਦੀ ਬਾਣੀ ਦਾ ਨਿਯਮ ਹੈ। ਪਰਮੇਸ਼ਰ ਦੇ ਜਿਹੜੇ ਯਾਜਕ ਨੇ, ਪਰਮੇਸ਼ਰ ਦੇ ਸੇਵਕ ਨੇ, ਉਹ ਪਰਮੇਸ਼ਰ ਦੀ ਪੂਜਾ ਪਾਠ ਕਰ ਰਹੇ ਆ, ਪਰਮੇਸ਼ਰ ਦੀ ਪੂਜਾ ਪਾਠ ਤੁਹਾਡੇ ਕੋਲ ਕਰਵਾ ਰਹੇ ਆ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਹਦੇ ਵਾਸਤੇ ਕਲੀਸਿਆ ਦੀ ਡਿਊਟੀ ਹੈ। ਜਿਸ ਤਰ੍ਹਾਂ ਇਸਰਾਇਲ ਦੇ ਵਿੱਚ 11 ਗੋਤਰਾਂ ਦੀ ਡਿਊਟੀ ਲੱਗੀ ਸੀ ਕਿ ਤੁਸੀਂ ਲੇਵੀ ਦੇ ਗੋਤਰ ਨੂੰ ਪੈਸੇ ਨਾਲ ਸਪੋਰਟ ਕਰਨੀ। 12 ਗੋਤਰ ਸੀ, 12 ਗੋਤਰਾਂ ਦੇ ਵਿੱਚੋਂ 11 ਗੋਤਰਾਂ ਨੂੰ ਆਰਡਰ ਹੋਇਆ ਕਿ ਇੱਕ ਗੋਤਰ ਮੇਰੀ ਸੇਵਾ ਕਰੇਗਾ, ਮੇਰੀ ਮੰਦਰ ਦੀ ਸੇਵਾ ਕਰੇਗਾ। ਤੁਸੀਂ ਕੀ ਕਰਨਾ? 11 ਗੋਤਰਾਂ ਨੇ ਆਪਣੀ ਕਮਾਈ ਦਾ ਦਸਵੰਧ ਯਾਜਕ ਨੂੰ ਦੇਣਾ। ਜਿੰਨੇ ਵੀ ਚਰਚ ਦੇ ਵਿੱਚ ਜਿੰਨੇ ਵੀ ਮੰਦਰ ਦੇ ਚੜਾਵੇ ਆ ਉਹ ਸਾਰੇ ਯਾਜਕ ਨੂੰ ਦੇਣੇ ਆ, ਤਾਂ ਕਿ ਯਾਜਕ ਸਟਰੋਂਗ ਹੋਵੇ, ਯਾਜਕ ਦੇ ਹੱਥ ਮਜ਼ਬੂਤ ਹੋਣ, ਯਾਜਕ ਦਲੇਰੀ ਨਾਲ ਪਰਮੇਸ਼ਰ ਦਾ ਕੰਮ ਕਰ ਸਕੇ। ਇਹ ਤਰੀਕਾ ਵਾ ਪਰਮੇਸ਼ਰ ਦੀ ਬਾਣੀ ਦੇ ਵਿੱਚ ਦਸਵੰਧ ਦੇਣ ਦਾ। ਦਸਵੰਧ ਜੇ ਆਪਾਂ ਸਹੀ ਜਗ੍ਹਾ ਤੇ ਦੇਵਾਂਗੇ ਫਿਰ ਉਹ ਸਾਡਾ ਦਸਵੰਧ ਜਿਹੜਾ ਉਹ ਜਾਇਜ਼ ਹੈ, ਉਹ ਪਰਮੇਸ਼ਰ ਦੇ ਘਰ ਦੇ ਵਿੱਚ ਮਨਜ਼ੂਰ ਹੈ। ਠੀਕ ਹੈ ਜੀ। ਸੋ ਤੁਹਾਡਾ ਸਵਾਲ ਸੀ ਕਿ ਸਾਨੂੰ ਆਪਣਾ ਦਸਵੰਧ ਜਿਹੜਾ ਕਿੱਥੇ ਦੇਣਾ ਚਾਹੀਦਾ। ਇਹ ਵਾ ਪਰਮੇਸ਼ਰ ਦੀ ਬਾਣੀ। ਪਰਮੇਸ਼ਰ ਦੀ ਬਾਣੀ ਸਾਨੂੰ ਇਹ ਹਦਾਇਤਾਂ ਕਰਦੀ ਹੈ ਕਿ ਆਪਣਾ ਜਿਹੜਾ ਦਸਵੰਧ ਹੈ ਉਹ ਅਸੀਂ ਪਰਮੇਸ਼ਰ ਦੇ ਕੰਮ ਨੂੰ, ਸਵਰਗ ਦੇ ਰਾਜ ਨੂੰ ਅੱਗੇ ਵਧਾਉਣ ਵਾਸਤੇ ਇਹਦੇ 'ਚ ਲਗਾਉਣਾ, ਤਾਂ ਕਿ ਪਰਮੇਸ਼ਰ ਦਾ ਰਾਜ ਵਧੇ ਤੇ ਸ਼ੈਤਾਨ ਦਾ ਰਾਜ ਜਿਹੜਾ ਨਸ਼ਟ ਹੋਵੇ। ਜਦੋਂ ਪਰਮੇਸ਼ਰ ਦਾ ਰਾਜ ਅੱਗੇ ਵਧੇਗਾ, ਪਰਮੇਸ਼ਰ ਦਾ ਰਾਜ ਫੈਲੇਗਾ ਤੇ ਸ਼ੈਤਾਨ ਦਾ ਰਾਜ ਜਿਹੜਾ ਘਟਦਾ ਜਾਏਗਾ। ਸ਼ੈਤਾਨ ਦਾ ਰਾਜ ਨਸ਼ਟ ਕਰਨਾ ਹੈ, ਪਰਮੇਸ਼ਰ ਦਾ ਰਾਜ ਅੱਗੇ ਵਧਾਉਣਾ ਹੈ। ਉਹ ਕਿੱਦਾਂ ਵਧੇਗਾ? ਜੇ ਪਰਮੇਸ਼ਰ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਤੁਸੀਂ ਹੱਥਾਂ ਨੂੰ ਮਜ਼ਬੂਤ ਕਰੋਗੇ, ਉਹਨਾਂ ਨੂੰ ਸਟਰੋਂਗ ਕਰੋਗੇ, ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ, ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋਗੇ, ਫਿਰ ਉਹ ਵੱਧ ਤੋਂ ਵੱਧ ਪਰਮੇਸ਼ਰ ਦੀ ਸੇਵਾ ਅੱਗੇ ਹੋਰ ਵਧਾ ਸਕਣਗੇ। ਤੇ ਜਿਸ ਤਰ੍ਹਾਂ ਤੁਹਾਨੂੰ ਬਚਾਇਆ ਤਾਂ ਹੋਰ ਵੀ ਰੂਹਾਂ ਨੂੰ ਅੱਗੇ ਬਚਾ ਸਕਣਗੇ। ਇਹ ਸਾਡਾ ਜਿਹੜਾ ਦਸਵੰਧ ਹੈ ਇਹ ਰੂਹਾਂ ਨੂੰ ਬਚਾਉਣ ਦੇ ਕੰਮ ਦੇ ਵਿੱਚ ਖਰਚ ਹੋਣਾ ਚਾਹੀਦਾ। ਸਮਝ ਗਏ ਜੀ? ਅੱਜ ਆਨੇ ਸਾਰੇ ਅੱਖਾਂ ਬੰਦ ਕਰੀਏ।